ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਟੌਪਿਕ ਬਹੁਤ ਹੀ ਇੰਟਰਸਟਿਡ ਹੈ ਤੇ ਬਹੁਤ ਹੀ ਸੋਹਣਾ ਹੈ। ਜੇ ਇਸ ਨੂੰ ਆਪਾਂ ਪੱਲੇ ਬੰਨ ਲਵਾਂਗੇ ਨਾ ਤੇ ਲਗਭਗ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਉਹ ਹੱਲ ਹੋ ਜਾਣੀਆਂ, ਕਿਉਂਕਿ ਅੱਜ ਕੱਲ੍ਹ ਦਾ ਸਮਾਂ ਜਿਹੜਾ ਉਹ ਕਾਫੀ ਬਦਲ ਚੁੱਕਿਆ, ਬਹੁਤ ਜ਼ਿਆਦਾ ਬਦਲ ਚੁੱਕਿਆ। ਅਤੇ ਉਹਦੇ ਜਦੋਂ ਸਮਾਂ ਬਦਲਦਾ ਹੈ ਨਾ ਅਤੇ ਸਾਨੂੰ ਅਲੱਗ ਟੌਪਿਕਸ ਵੀ ਮਿਲਦੇ ਆ ਜਿਉਂ ਸਮਾਂ ਬਦਲਦਾ, ਕਿਉਂਕਿ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਾਲਾਤਾਂ ਦੇ ਅਨੁਸਾਰ ਹੀ ਗੱਲ ਰੱਖੀ ਜਾਵੇ। ਅਤੇ ਅੱਜ ਕੱਲ੍ਹ ਦਾ ਜਿਹੜੇ ਹਾਲਾਤ ਨੇ ਨਾ ਉਹ ਕੁਛ ਇਸ ਤਰ੍ਹਾਂ ਦੇ ਨੇ ਕਿ ਸਾਨੂੰ ਇਹ ਸਭ ਸਮਝਾਉਣਾ ਪੈ ਰਿਹਾ, ਇਹ ਸਭ ਕਹਿਣਾ ਪੈ ਰਿਹਾ, ਖੁਦ ਨੂੰ ਵੀ ਸਮਝਾਉਣਾ ਪੈ ਰਿਹਾ ਅਤੇ ਆਸ-ਪਾਸ ਭੈਣ ਭਾਈ ਸਾਰਿਆਂ ਦੇ ਨਾਲ ਇਹ ਸਾਂਝ ਪਾਉਣੀ ਜ਼ਰੂਰੀ ਲੱਗ ਰਹੀ। ਸੋ ਅੱਜ ਦਾ ਟੌਪਿਕ ਹੈ ਕਿ ਇਹਦੇ ਵਿੱਚ ਕੀ ਜੋ ਕਲੀਅਰ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਦੁਆਰਾ, ਉਹ ਇਹ ਆ ਕਿ ਸੱਚੀ ਸੰਗਤ ਦੀ ਪਛਾਣ ਕਿੱਦਾਂ ਕੀਤੀ ਜਾਵੇ, ਕਿੱਦਾਂ ਪਛਾਣ ਕੀਤੀ ਜਾਵੇ ਕਿ ਹਾਂ ਇਹ ਪਰਸਨ ਮੇਰੇ ਲਈ ਸਹੀ ਹੈ ਜਾਂ ਨਹੀਂ। ਕਿਉਂਕਿ ਗੁਰਮਤਿ ਦੇ ਵਿੱਚ ਬਹੁਤ ਸਾਰੀਆਂ ਰੂਹਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਡੇ ਨਾਲ ਵਿਚਰਦੀਆਂ ਚੈਟ 'ਚ, ਫਿਰ ਹੌਲੀ ਹੌਲੀ ਲਿੰਕ ਅੱਗੇ ਵੱਧਦੇ ਨੇ। ਸੋ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਖਾਸ ਕਰਕੇ ਜਿੱਦਾਂ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ ਕਿ ਕਿਸੇ ਸਾਧੂ ਦਾ ਸੰਗ ਕਰੀਏ, ਕਿਸੇ ਸਾਧ ਦਾ ਸੰਗ ਕਰੀਏ, ਕਿਸੇ ਗੁਰਮੁਖ ਦਾ ਸੰਗ ਕਰੀਏ, ਅਤੇ ਉਹ ਇੱਕ ਜ਼ਰੀਆ ਬਣਦਾ ਆ ਗੁਰੂ ਸਾਹਿਬ ਤੱਕ ਲੈ ਕੇ ਜਾਣ ਦਾ, ਉਸ ਵਾਹਿਗੁਰੂ ਤੱਕ ਲੈ ਕੇ ਜਾਣ ਦਾ। ਪਰ ਉਹ ਕਿਤੇ ਮਿਲਦਾ ਹੀ ਨਹੀਂ। ਜੇ ਕਿਤੇ ਮਿਲਦਾ ਵੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਪਹਿਰਾਵਾ ਮਿਲਦਾ ਹੈ ਨਾ। ਅਸੀਂ ਪਹਿਰਾਵੇ ਦੇ ਉੱਪਰ ਅਟਰੈਕਟ ਹੁੰਦੇ ਹਾਂ, ਪਰ ਬਾਅਦ 'ਚ ਪਤਾ ਚੱਲਦਾ ਕਿ ਅਸੀਂ ਸੋਚਿਆ ਤਾਂ ਕੁਛ ਹੋਰ ਸੀਗਾ ਪਰ ਨਿਕਲਿਆ ਕੁਛ ਹੋਰ, ਹੈ ਨਾ। ਅਤੇ ਕਿੱਦਾਂ ਇਨੀਸ਼ੀਅਲ ਸਟੇਜ ਤੋਂ ਹੀ ਇਹ ਪਤਾ ਚੱਲ ਜਾਵੇ ਕਿ ਕੌਣ ਕਿੱਦਾਂ ਦਾ, ਅਤੇ ਸੋਹਣੀ ਸੰਗਤ ਦੇ ਵਿੱਚ ਰਹਿਣ ਦਾ ਜਿਹੜਾ ਉਹ ਮੌਕਾ ਮਿਲ ਸਕੇ। ਸੋ ਤੁਸੀਂ ਸਮਝ ਗਏ ਹੋਣੇ ਕਿ ਇਹ ਅੱਜ ਦਾ ਟੌਪਿਕ, ਅੱਜ ਦੀ ਗੱਲਬਾਤ ਕਿਸ ਪਾਸੇ ਜਾਊਗੀ। ਸੋ ਸ਼ੁਰੂਆਤ ਕਰਦੇ ਹਾਂ। ਅਕਸਰ ਨਾ ਅਸੀਂ ਦੇਖਦੇ ਹਾਂ ਕਿ ਜਦੋਂ ਯੰਗ ਸਟੇਜ 'ਤੇ ਹੁੰਦੇ ਹਾਂ ਅਸੀਂ, ਹੈ ਨਾ, ਇੱਕ ਉਹ ਵਾਲੀ ਸਟੇਜ ਜਿੱਥੇ ਅਸੀਂ ਆਪਣਾ ਆਪ ਕਿਸੇ ਨੂੰ ਜ਼ਿਆਦਾ ਸ਼ੇਅਰ ਨਹੀਂ ਕਰਦੇ, ਪਰ ਓਬਜ਼ਰਵ ਕਰ ਰਹੇ ਹੁੰਦੇ ਹਾਂ ਚੀਜ਼ਾਂ ਨੂੰ, ਅਤੇ ਉਸੇ ਦੌਰਾਨ ਹੀ ਇਹ ਮਾਇਆ ਆ ਕੇ ਸਾਨੂੰ ਘੇਰਦੀ। ਅਤੇ ਉਹ ਮੂਮੈਂਟ ਇਹੋ ਜਿਹੇ ਹੁੰਦੇ ਆ ਕਿ ਅਸੀਂ ਜ਼ਿਆਦਾ ਆਪਣਾ ਆਪ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੇ ਹੁੰਦੇ। ਇੱਕ ਤਾਂ ਸ਼ਰਮ ਵਜੋਂ ਵੀ, ਅਤੇ ਇੱਕ ਉੱਦਾਂ ਵੀ ਉਹ ਦੁਨੀਆ ਹੀ ਅਲੱਗ ਹੁੰਦੀ ਆ। ਅਤੇ ਫਿਰ ਹੁੰਦਾ ਕੀ ਆ, ਮਨ ਸੱਚਾ ਹੁੰਦਾ ਅੰਦਰੋਂ, ਪਰ ਉਹ ਨਾ ਫਸ ਜਾਂਦਾ। ਹੁੰਦਾ ਕੀ ਆ ਕਿ ਮੰਨ ਲਓ ਦੋ
ਦੋ ਜੀ ਗੱਲਾਂ ਕਰ ਰਹੇ ਹੈ ਨਾ, ਚੈਟ ਹੋ ਰਹੀ ਆ। ਗੱਲ ਸ਼ੁਰੂ ਹੋਏਗੀ ਫਤਿਹ ਤੋਂ ਸ਼ੁਰੂ ਹੋਈ, ਫਿਰ ਉਹ ਗੱਲ ਵੱਧਦੀ ਗਈ, ਰੋਟੀ ਪਾਣੀ ਤੱਕ ਆ ਗਈ, ਡੇਲੀ ਸ਼ੇਅਰਿੰਗ ਹੋਣ ਲੱਗੀ। ਉਸ ਤੋਂ ਬਾਅਦ ਪਤਾ ਹੀ ਨਹੀਂ ਚੱਲਿਆ ਹੈ ਨਾ ਕਿ ਕਿਵੇਂ ਉਹ ਅਟੈਚਮੈਂਟ ਦੇ ਵਿੱਚ ਬਦਲ ਗਈ ਅਤੇ ਚੰਗੀਆਂ ਭਲੀਆਂ ਰੂਹਾਂ ਜਿਹੜੀਆਂ ਨਾਮ ਜਪਦੀਆਂ ਸੀ, ਉਹ ਇਨ ਦੀ ਐਂਡ ਇੱਥੇ ਤੱਕ ਹਾਲਤ ਆ ਜਾਂਦੀ ਕਿ ਨਿਤਨੇਮ ਵੀ ਚਲਾ ਜਾਂਦਾ, ਸਹਿਜ ਪਾਠ ਸਭ ਕੁਛ ਚਲਿਆ ਜਾਂਦਾ ਅਤੇ ਰੂਹ ਇੱਕਦਮ ਆਪਣੇ ਆਪ ਨੂੰ ਡਿੱਗਿਆ ਮਹਿਸੂਸ ਕਰਦੀ ਆ। ਫਿਰ ਉਹ ਨੋਰਮਲ ਜਿਹੀਆਂ ਗੱਲਾਂ ਕਿਵੇਂ ਤ੍ਰਿਸ਼ਨਾਵਾਂ ਦਾ ਰੂਪ ਲੈ ਲੈਂਦੀਆਂ, ਕਿਵੇਂ ਕਾਮ ਦਾ ਰੂਪ ਲੈ ਲੈਂਦੀਆਂ, ਪਤਾ ਹੀ ਨਹੀਂ ਚੱਲਦਾ। ਅਤੇ ਕਈ ਮਹੀਨੇ ਇਸੇ ਦੇ ਵਿੱਚ ਹੀ ਖਰਾਬ ਹੋ ਜਾਂਦੇ ਆ। ਅਤੇ ਫਿਰ ਇਹ ਜੀਵ ਆਤਮਾ ਸੋਚਦੀ ਆ ਕਿ ਜਦੋਂ ਮੈਂ ਇਸ ਸਭ ਦੇ ਵਿੱਚ ਨਹੀਂ ਸੀ ਤਾਂ ਕਿੰਨਾ ਚੰਗਾ ਹੁੰਦਾ ਸੀ। ਨਿਤਨੇਮ ਕਰਨਾ, ਸਿਮਰਨ ਕਰਨਾ, ਵਧੀਆ ਟਾਈਮਿੰਗ, ਵਧੀਆ ਸ਼ੈਡਿਊਲ ਸੀਗਾ, ਸਭ ਕੁਝ ਸੋਹਣਾ ਸੀਗਾ। ਕਿ ਹੁਣ ਮੈਨੂੰ ਉਹ ਸਭ ਦੁਬਾਰਾ ਮਿਲੂਗਾ? ਉਹ ਫਿਰ ਸੋਚਦੀ ਆ, ਪਰ ਫਿਰ ਕੁਛ ਕਰ ਨਹੀਂ ਸਕਦੀ। ਅਤੇ ਆਸ-ਪਾਸ ਦਾ ਮਾਹੌਲ ਵੀ ਇੱਦਾਂ ਦਾ ਹੋ ਜਾਂਦਾ ਕਿ ਹੁਣ ਦੇਖੋ, ਜਿਹੜਾ ਸ਼ਿਕਾਰੀ ਹੈ ਨਾ, ਜਿਹੜਾ ਆਇਆ ਹੀ ਸ਼ਿਕਾਰ ਕਰਨਾ, ਅਤੇ ਉਹਨੇ ਫਿਰ ਮਾਹੌਲ ਵੀ ਇੱਦਾਂ ਦਾ ਬਣਾ ਦੇਣਾ ਕਿ ਫਿਰ ਕੀ ਹੋ ਗਿਆ, ਇੱਕ ਦਿਨ ਤਾਂ ਵਿਆਹ ਕਰਨਾ ਹੀ ਆ, ਹੈ ਨਾ। ਕੀ ਹੋ ਗਿਆ ਜੇ ਇਹ ਸਭ ਚੱਲ ਰਿਹਾ ਤਾਂ ਕੀ ਹੋ ਗਿਆ? ਗੁਰੂ ਸਾਹਿਬ ਵੀ ਤਾਂ ਕਹਿੰਦੇ ਆ ਪ੍ਰੇਮ ਕਰਨਾ ਚਾਹੀਦਾ। ਪਰ ਪਿਆਰਿਓ, ਇੱਥੇ ਗੱਲ ਜਿਹੜੀ ਹੈ ਨਾ, ਉਹ ਸਿਰਫ ਇੱਥੇ ਤੱਕ ਨਹੀਂ ਰਹਿੰਦੀ, ਉਹ ਬਹੁਤ ਅੱਗੇ ਚਲੀ ਜਾਂਦੀ। ਇਹਦਾ ਕਨਸੈਪਟ ਜਿਹੜਾ ਹੈ ਨਾ, ਇਹ ਮੈਟਰ ਬਹੁਤ ਗਹਿਰਾ ਆ। ਇਹਨੂੰ ਬਾਹਰੋਂ ਦੇਖੋਗੇ ਤਾਂ ਕੁਛ ਵੀ ਨਹੀਂ ਲੱਗਣਾ ਕਿ ਫਿਰ ਕੀ ਹੋ ਗਿਆ, ਮਤਲਬ ਫਿਰ ਏਡੀ ਵੱਡੀ ਕਿਹੜੀ ਗੱਲ ਹੋ ਗਈ, ਹੈ ਨਾ। ਹੁਣ ਵਿਆਹ ਤਾਂ ਇੱਕ ਦਿਨ ਕਰਨਾ ਹੀ ਆ, ਇਹ ਸਭ ਨੋਰਮਲ ਗੱਲਾਂ ਦੇ ਵਿੱਚ ਆ ਜਾਂਦੀ ਗੱਲ। ਪਰ ਜਿਹਨੇ ਇਹ ਸਭ ਦੇ ਪਿੱਛੇ ਆਪਣੀ ਬੰਦਗੀ ਨੂੰ ਗਵਾਇਆ ਹੁੰਦਾ ਹੈ ਨਾ, ਜਿਹਨੇ ਉਹ ਪਲ ਦੇਖੇ ਹੁੰਦੇ ਆ, ਸੋਹਣੇ ਨਿਤਨੇਮ ਵਾਲੇ, ਸੋਹਣੇ ਸਿਮਰਨ ਵਾਲੇ, ਉਹਨੂੰ ਪਤਾ ਹੁੰਦਾ ਕਿ ਮੈਂ ਗਲਤ ਹਾਂ। ਜਿਹਦੇ ਹੱਥੋਂ ਉਹ ਫੀਲਿੰਗ ਗਵਾਚੀ ਹੁੰਦੀ ਹੈ ਨਾ, ਉਹ ਵਾਲੀ ਫੀਲਿੰਗ ਕਿ ਜਿੱਥੇ ਸਿਰਫ ਉਹ ਸੀ ਅਤੇ ਉਹ ਵਾਹਿਗੁਰੂ ਸੀ, ਅਤੇ ਉਹ ਫੀਲਿੰਗ ਨੂੰ ਕਾਮ ਦੇ ਹੜ੍ਹਾਂ ਦੇ ਵਿੱਚ ਜਿਹਨੇ ਗਵਾਇਆ ਹੋਵੇ ਅਤੇ ਗੁਰੂ ਨਾਲੋਂ ਪੱਲਾ ਛੁੱਟ ਗਿਆ ਹੋਵੇ, ਉਹਨੂੰ ਅਹਿਸਾਸ ਜ਼ਰੂਰ ਹੁੰਦਾ ਅੰਦਰ, ਦੂਸਰੇ ਬੰਦੇ ਨੂੰ ਹੋਵੇ ਚਾਹੇ ਨਾ ਹੋਵੇ। ਉਹ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦਾ ਕਿ ਹਾਂ ਉਹ ਗਲਤ ਆ। ਉਹਨੂੰ ਪਤਾ ਆ ਮੈਂ ਗਲਤ ਹਾਂ। ਸੋ ਜਿਸ ਚੀਜ਼ ਨੇ ਤੁਹਾਨੂੰ ਹਰ ਪਲ ਤ੍ਰਿਸ਼ਨਾਵਾਂ ਦਿੱਤੀਆਂ, ਹਰ ਪਲ ਉਸ ਵਾਹਿਗੁਰੂ ਦੀ ਓਟ ਤੋਂ ਖਿੱਚ ਕੇ ਧਿਆਨ ਨੂੰ ਕਾਮ ਦੇ ਵਿੱਚ ਰੱਖਿਆ ਹੋਇਆ, ਮੋਹ ਦੇ ਵਿੱਚ ਰੱਖਿਆ ਹੋਇਆ, ਜਿਹਨੇ ਬਾਣੀ ਦਾ ਰਸ ਖੋਹ ਲਿਆ
ਕੀ ਉਹ ਚੀਜ਼ ਸਹੀ ਆ, ਇਹ ਅਸੀਂ ਖੁਦ ਡਿਸਾਈਡ ਕਰੀਏ। ਅਸੀਂ ਖੁਦ ਡਿਸਾਈਡ ਕਰੀਏ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜੇ ਦੋ ਪਰਸਨ ਆਪਸ ਦੇ ਵਿੱਚ ਗੱਲ ਕਰ ਰਹੇ ਆ ਤਾਂ ਉਹਨਾਂ ਦੋਨਾਂ ਦੀ ਅਗਵਾਈ ਗੁਰੂ ਕਰੇ, ਹੈ ਨਾ। ਪਰ ਹੁੰਦਾ ਕੀ ਆ, ਗੱਲ ਗੁਰੂ ਦੀ ਗੱਲ ਤੋਂ ਸ਼ੁਰੂ ਹੁੰਦੀ ਆ ਅਤੇ ਮੁੱਕਦੀ ਕਿੱਥੇ ਆ? ਆਪਣੇ ਆਪ 'ਤੇ, ਆਪਣੀਆਂ ਤ੍ਰਿਸ਼ਨਾਵਾਂ 'ਤੇ, ਮੋਹ 'ਤੇ, ਕਾਮ 'ਤੇ ਆ ਕੇ ਰੁਕਦੀ ਆ। ਫਿਰ ਹਾਲਤ ਇਹੋ ਜਿਹੀ ਹੋ ਜਾਂਦੀ ਕਿ ਨਾ ਛੱਡ ਹੁੰਦਾ ਆ ਅਤੇ ਨਾ ਰਹਿ ਹੁੰਦਾ ਹੈ ਨਾਲ। ਸੋ ਪਿਆਰਿਓ, ਇਹ ਜ਼ਰੂਰੀ ਨਹੀਂ ਆ ਕਿ ਅਸੀਂ ਜੇ ਕਿਸੇ ਦੇ ਨਾਲ ਰਹਿਣਾ ਆ ਸੋਸ਼ਲੀ ਅਤੇ ਅਸੀਂ ਉਹਦੇ ਨਾਲ ਇਹੀ ਰਿਸ਼ਤਾ ਰੱਖਣਾ, ਇਹ ਜ਼ਰੂਰੀ ਨਹੀਂ ਆ। ਜੇ ਕੋਈ ਇਨਸਾਨ ਸੋਹਣੇ ਗੁਣਾਂ ਦੇ ਨਾਲ ਭਰਪੂਰ ਆ ਨਾ, ਅਤੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਹਦੇ ਨਾਲ ਇਹੀ ਰਿਸ਼ਤਾ ਰੱਖਣਾ। ਥੋੜ੍ਹਾ ਜਿਹਾ ਇਹਨੂੰ ਹੋਰ ਸਮਝਦੇ ਹਾਂ, ਕਿਉਂਕਿ ਸੋਹਣੇ ਢੰਗ ਦੇ ਨਾਲ ਚੱਲਾਂਗੇ ਨਾ ਅਤੇ ਇੱਕ ਤਾਂ ਗੁਣ ਜਿਹੜੇ ਆ ਉਹ ਬਣੇ ਰਹਿਣਗੇ। ਗੁਰੂ ਸਾਹਿਬ ਕਹਿੰਦੇ ਆ ਨਾ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਹੈ ਨਾ। ਕਿ ਜਦੋਂ ਵਾਹਿਗੁਰੂ ਦੇ ਨਾਲੋਂ ਤੂੰ ਦੂਰ ਹੁੰਦਾ ਆ ਅਤੇ ਜਿਹੜੇ ਗੁਣ ਤੇਰੇ ਕੋਲ ਹੁੰਦੇ ਆ, ਹੈ ਨਾ, ਜਿਹੜੇ ਤੂੰ ਕਮਾਏ ਹੁੰਦੇ ਆ, ਜਿਹੜੇ ਉਸ ਵਾਹਿਗੁਰੂ ਨੇ ਤੈਨੂੰ ਦਿੱਤੇ ਹੁੰਦੇ ਆ, ਗੁਣ ਗਲਿਆ, ਉਹ ਵੀ ਗਲ ਸੜ ਜਾਂਦੇ ਆ। ਫਿਰ ਇਹ ਸਭ ਸੰਗਤ ਦਾ ਹੀ ਕੌਨਸੈਪਟ ਆ। ਸੰਗਤ ਸੋਹਣੀ ਆ ਤਾਂ ਗੁਣ ਬਣੇ ਰਹਿਣਗੇ, ਹੋਰ ਮਿਲਣਗੇ ਗੁਣ। ਅਤੇ ਜੇ ਸੰਗਤ ਸੋਹਣੀ ਨਹੀਂ ਮਿਲੀ, ਇੱਦਾਂ ਦੀ ਮਿਲ ਗਈ, ਅਤੇ ਫਿਰ ਉਹੀ ਹਾਲ ਹੋਣਾ, ਗੁਣ ਗਲ ਜਾਣੇ। ਸੋ ਪਿਆਰਿਓ, ਸ਼ੁਰੂਆਤ ਕਿੱਦਾਂ ਕਰਨੀ? ਅਵਲ ਤੇ ਲੋੜ ਨਹੀਂ ਹੁੰਦੀ ਕਿ ਬਹੁਤ ਜਾਣਿਆਂ ਨਾਲ ਗੱਲਬਾਤ ਕੀਤੀ ਜਾਵੇ, ਪਰ ਚਲੋ ਠੀਕ ਆ, ਇਹ ਕੋਈ ਬੰਦਿਸ਼ ਵੀ ਨਹੀਂ ਆ। ਸਾਡਾ ਸੁਝਾਅ ਇਹ ਆ ਕਿ ਜਦੋਂ ਵੀ ਕੋਈ ਫੀਮੇਲ ਜਿਹੜੀ ਆ ਉਹ ਗੱਲ ਕਰੇ ਮੇਲ ਨਾਲ, ਹੈ ਨਾ, ਅਤੇ ਉਹ ਜ਼ਰੂਰ ਵੀਰ ਜੀ ਲਗਾਵੇ ਕਿ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਵੀਰ ਆ ਤਾਂ ਉਹ ਭੈਣ ਕਹਿ ਕੇ ਬੁਲਾਵੇ। ਸ਼ੁਰੂਆਤ 'ਚ ਹੋਊਗਾ ਕਿ ਅਨਇੰਟੈਂਸ਼ਨਲੀ ਜਿਹੜੀਆਂ ਅਟੈਚਮੈਂਟਸ ਬਣਦੀਆਂ ਨਾ, ਉਹ ਬਹੁਤ ਹੱਦ ਤੱਕ ਇੱਥੇ ਹੀ ਖ਼ਤਮ ਹੋ ਜਾਣਗੀਆਂ। ਜਦੋਂ ਪਤਾ ਹੈ ਕਿ ਅੱਗੋਂ ਹਰ ਮੈਸੇਜ ਦੇ ਵਿੱਚ ਵੀਰ ਜੀ ਆ ਰਿਹਾ, ਹੈ ਨਾ, ਉਹ ਥੋਟ ਬਣਨਾ ਹੀ ਨਹੀਂ। ਇਹ ਬਹੁਤ ਬੇਸਿਕ ਜਿਹੀ ਗੱਲ ਆ। ਖੈਰ, ਕਈ ਜਿਹੜੇ ਆ ਉਹ ਇਹ ਸਭ ਕਹਿ ਕੇ ਵੀ ਫਿਰ ਬਾਅਦ 'ਚ ਗਲਤ ਹੋ ਜਾਂਦੇ, ਉਹ ਰੇਅਰ ਕੇਸਿਸ ਆ। ਪਰ ਫਿਰ ਵੀ ਬਹੁਤ ਹੱਦ ਤੱਕ ਤੁਸੀਂ ਇੱਦਾਂ ਕਰਨ ਦੇ ਨਾਲ ਬਚ ਜਾਓਗੇ। ਦੂਸਰੀ ਗੱਲ, ਹੁਣ ਮੈਂ ਉੱਠ ਗਿਆ, ਹੁਣ ਮੈਂ ਬੈਠ ਗਿਆ, ਹੁਣ ਮੈਂ ਆਹ ਕਰ ਰਹੀ ਹਾਂ, ਹੁਣ ਮੈਂ ਆਹ ਕਰ ਰਹੀ ਹਾਂ, ਹੁਣ ਮੈਂ ਰਸੋਈ 'ਚ ਹਾਂ। ਗੁਰਮਤਿ ਦੇ ਵਿੱਚ ਇਸ ਦੀ ਜਗ੍ਹਾ ਨਹੀਂ ਆ। ਹੋਣਾ ਤਾਂ ਇਹ ਚਾਹੀਦਾ ਹੈ ਕਿ ਜੇ ਦੋ ਪਰਸਨ ਗੱਲ ਕਰ ਰਹੇ ਆ ਨਾ, ਅਤੇ ਟੋਪਿਕ ਗੁਰਬਾਣੀ ਹੋਵੇ, ਜਵਾਬ ਇੱਧਰੋਂ ਸਵਾਲ ਜਾ ਰਿਹਾ ਹੋਵੇ ਕਿ ਵੀਰ ਜੀ, ਇਸ ਤੁਕ ਦਾ ਕੀ ਮਤਲਬ ਹੋਊਗਾ? ਮੈਂ ਇਹਦੇ ਅਰਥ ਤਾਂ ਪੜ੍ਹ ਲਏ ਆ, ਪਰ ਡੀਪ ਮੈਨੂੰ ਤੁਸੀਂ ਸੋਹਣੀ ਤਰ੍ਹਾਂ ਦੱਸ ਸਕਦੇ ਹੋ ਸ਼ਾਇਦ, ਅਤੇ ਤੁਸੀਂ ਆਪਣੇ ਵਿਊ ਦੱਸੋ ਨਾ। ਅਤੇ ਫਿਰ ਇੱਧਰੋਂ ਜੇ ਕੋਈ ਵੀਰ
ਇੱਦਾਂ ਦੱਸ ਰਿਹਾ ਕਿ ਹਾਂਜੀ ਮੈਨੂੰ ਲੱਗਦਾ ਕਿ ਇਹ ਅਰਥ ਨੇ, ਹੈ ਨਾ। ਅਤੇ ਹੋਇਆ ਕਿ ਆਪਣੇ ਆਪਣੇ ਅਰਥਾਂ ਦੀ ਸਾਂਝ ਪਈ ਜੋ ਗੁਰੂ ਸਾਹਿਬ ਨੇ ਬਖਸ਼ਿਆ, ਅਤੇ ਗੁਰੂ ਸਾਹਿਬ ਨੇ ਉਹਦੇ 'ਚ ਬਹੁਤ ਕੁਛ ਦੇ ਦੇਣਾ। ਉਹਦੇ 'ਚ ਵਾਹਿਗੁਰੂ ਦੀ ਵਡਿਆਈ ਹੋਣੀ ਆ, ਹੋਰ ਕੁਛ ਨਹੀਂ ਹੋਣਾ। ਸੋ ਇਹ ਵੀ ਇੱਕ ਸੰਗਤ ਦਾ ਰੂਪ ਧਾਰਨ ਕਰ ਲਊਗੀ ਇੱਦਾਂ ਦੀ ਕਨਵਰਜ਼ੇਸ਼ਨ। ਅਤੇ ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਆ ਕਿ ਜਦੋਂ ਕੋਈ 2-4 ਰੂਹਾਂ ਵਾਹਿਗੁਰੂ ਦੀ ਵਡਿਆਈ 'ਚ ਉਤਰਦੀਆਂ ਨਾ, ਉੱਥੇ ਗੁਰੂ ਆਪ ਵਰਤਦਾ, ਉੱਥੇ ਐਸੀ ਬਖਸ਼ਿਸ਼ ਪੈਦਾ ਕਰ ਦਿੰਦਾ ਕਿ ਜਿਹਨੂੰ ਕੁਛ ਵੀ ਨਹੀਂ ਨਾ ਆਉਂਦਾ, ਜਿਹਨੂੰ ਬੇਸਿਕ ਅਰਥ ਹੀ ਆਉਂਦੇ ਆ ਜਾਂ ਉਹ ਵੀ ਚੰਗੀ ਤਰ੍ਹਾਂ ਨਹੀਂ ਆਉਂਦੇ, ਪਰ ਜਦੋਂ ਉਹ ਡਿਸਕਸ਼ਨ 'ਚ ਪੈ ਜਾਂਦਾ ਨਾ, ਉਹਦੀ ਵਡਿਆਈ 'ਚ ਉਤਰ ਜਾਂਦਾ, ਅਤੇ ਗੁਰੂ ਸਾਹਿਬ ਉਹਨੂੰ ਬਹੁਤ ਕੁਛ ਦੇ ਦਿੰਦੇ, ਸੁਣਨ ਵਾਲੇ ਨੂੰ ਵੀ ਦੇ ਦਿੰਦੇ, ਜਿਹਦੇ ਰਾਹੀਂ ਉਹ ਬੁਲਵਾਉਂਦੇ ਆ ਉਹਨੂੰ ਤਾਂ ਦਿੰਦੇ ਹੀ ਦਿੰਦੇ ਆ। ਸੋ ਗੁਰਮਤ ਕਨਵਰਜ਼ੇਸ਼ਨ ਇੱਦਾਂ ਦੀਆਂ ਹੁੰਦੀਆਂ ਕਿ ਭੈਣ ਜੀ ਮੈਨੂੰ ਆ ਸਮਝ ਨਹੀਂ ਲੱਗੀ, ਤੁਹਾਨੂੰ ਕੀ ਲੱਗਦਾ? ਵੀਰ ਜੀ ਮੈਨੂੰ ਇੱਦਾਂ ਲੱਗਦਾ, ਤੁਸੀਂ ਆਪਣਾ ਦੱਸੋ, ਹੈ ਨਾ। ਇਹ ਹੁੰਦੀ ਆ ਗੁਰਮਤ ਵਿਚਾਰ, ਜਿਹੜੀ ਤੁਹਾਨੂੰ ਹਮੇਸ਼ਾ ਅੱਗੇ ਲੈ ਕੇ ਜਾਊਗੀ, ਜਿਹਦੇ 'ਚ ਇਹ ਨਹੀਂ ਹੋਊਗਾ ਕਿ ਹੁਣ ਮੈਂ ਰੋਟੀ ਖਾ ਲਈ, ਹੁਣ ਮੈਂ ਫਲਾਣੇ ਸ਼ਹਿਰ ਹਾਂ, ਹੁਣ ਮੈਂ ਇੱਦਾਂ ਆ ਹੈ ਨਾ। ਸੋ ਤੁਸੀਂ ਡਿਫਰੈਂਸ਼ੀਏਟ ਕਰਦੇ ਜਾਇਓ ਕਿ ਇੱਕ ਗੁਰਮਤ ਵਾਲੀ ਕਿੱਦਾਂ ਦੀ ਚੈਟ ਹੋ ਰਹੀ ਆ, ਅਤੇ ਦੂਸਰੇ ਪਾਸੇ ਮਨਮਤ ਵਾਲੀ ਚੈਟ ਹੋ ਰਹੀ ਹੈ। ਸਮਝ ਲਓ ਕਿ ਇੱਕ ਪਾਸੇ 2 ਗੁਰਮਤ ਵਾਲੀਆਂ ਰੂਹਾਂ ਚੈਟ ਕਰ ਰਹੀਆਂ, ਅਤੇ ਦੂਸਰੇ ਪਾਸੇ ਜਿਹੜੀਆਂ ਰਾਹ ਤੋਂ ਭਟਕਣ ਵਾਲੀਆਂ ਨੇ ਉਹ ਚੈਟ ਕਰ ਰਹੀਆਂ। ਦੂਸਰਿਆਂ ਦੀ ਚੈਟ ਕਿੱਦਾਂ ਦੀ ਹੋਊਗੀ? ਜਿਵੇਂ ਹੁਣੇ ਗੁਰੂ ਸਾਹਿਬ ਨੇ ਗਲਵਾਇਆ ਕਿ ਉਹ ਆਪਣਾ ਡੇਲੀ ਲਾਈਫ ਸਟਾਈਲ ਡਿਸਕਸ ਕਰਨਗੇ, ਮੈਨੂੰ ਆਹ ਸਬਜ਼ੀ ਪਸੰਦ ਆ, ਹੈ ਨਾ, ਮੈਨੂੰ ਆਹ ਪਸੰਦ ਆ। ਅਤੇ ਦੂਸਰੇ ਪਾਸੇ ਸੋਹਣੀ ਵਾਲੀ ਚੈਟ ਕਿੱਦਾਂ ਦੀ ਹੋਊਗੀ? ਗੁਰਮਤ ਵਾਲੀ ਇੱਕ ਰੂਹ ਡਿਸਕਸ ਕਰ ਰਹੀ ਹੋਊਗੀ ਕਿ ਮੈਂ ਸੋਚ ਰਿਹਾ ਹਾਂ ਕਿ ਸਹਿਜ ਪਾਠ ਸ਼ੁਰੂ ਕੀਤਾ ਜਾਵੇ। ਉਹ ਉਸ ਪਾਸੇ ਨੂੰ ਆ, ਉਹ ਕਿਸੇ ਸੋਹਣੇ ਗੁਰਸਿੱਖ ਦੇ ਜੀਵਨ ਬਾਰੇ ਡਿਸਕਸ ਕਰ ਰਹੇ ਹੋਣਗੇ। ਕੋਈ ਭਾਈ ਵੀਰ ਸਿੰਘ ਬਾਰੇ ਗੱਲ ਕਰ ਰਿਹਾ ਹੋਊਗਾ ਕਿ ਹਾਂ ਮੈਂ ਇਹਨਾਂ ਨੂੰ ਸੁਣਿਆ ਸੀਗਾ। ਅਤੇ ਇਹ ਵਾਲੀ ਡਿਸਕਸ਼ਨ ਨਾ ਸਹਾਰਾ ਨਹੀਂ ਹੁੰਦੀ, ਇਹੀ ਲਾਈਫ ਸਟਾਈਲ ਹੁੰਦਾ ਗੁਰਸਿੱਖਾਂ ਦਾ। ਅਤੇ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਸ਼ੁਰੂਆਤ ਤਾਂ ਕੀਤੀ ਬਾਣੀ ਤੋਂ, ਸ਼ੁਰੂਆਤ ਤਾਂ ਕੀਤੀ ਨਾਮ ਵਾਲੀ ਗੱਲ ਤੋਂ, ਪਰ ਫਿਰ ਵਿੱਚ ਆਪਣਾਪਨ ਅਤੇ ਆਪਣੇ ਨਿੱਜੀ ਜੀਵਨ ਸਟਾਈਲ ਦੀਆਂ ਗੱਲਾਂ ਸ਼ੁਰੂ। ਇੱਦਾਂ ਕਦੀ ਵੀ ਨਹੀਂ ਹੁੰਦਾ ਗੁਰਸਿੱਖਾਂ ਦਾ। ਜਿਵੇਂ ਦੀ ਗੱਲ ਸ਼ੁਰੂ ਤੋਂ ਆ ਨਾ, ਉਵੇਂ ਦੀ ਗੱਲ ਲਾਸਟ ਤੱਕ ਆ। ਚਾਹੇ 20 ਸਾਲ ਬਾਅਦ ਵੀ ਉਹ ਗੱਲ ਕਰਨਗੇ ਨਾ, ਉਹਨਾਂ ਦੀ ਕਨਵਰਜ਼ੇਸ਼ਨ ਇਹੀ ਰਹੂਗੀ ਹਮੇਸ਼ਾ ਲਈ। ਅਤੇ ਦੂਸਰੇ ਪਾਸੇ ਕੀ ਆ? ਪਹਿਰਾਵਾ ਦੇਖਿਆ ਕਿ ਹਾਂ ਇਹ ਭੈਣ ਗੁਰੂ ਵਾਲੀ ਲੱਗਦੀ ਆ, ਇਹ ਵੀਰ ਗੁਰੂ ਵਾਲਾ ਲੱਗਦਾ। ਅੰਦਰ ਕੁਛ ਵੀ ਨਹੀਂ ਸੀ, ਪਰ ਉਹ ਡਿਸਕਸ਼ਨ ਇੱਦਾਂ ਦੀ ਸ਼ੁਰੂ ਹੋ ਗਈ ਕਿ ਅੰਦਰੋਂ ਫੁਰਨਾ ਫੁੱਟ ਰਿਹਾ ਆ, ਜਿਹੜਾ ਖੁਦ ਨੂੰ ਵੀ ਨਹੀਂ ਪਤਾ ਕਿ ਅੱਗੇ ਜਾ ਕੇ ਕੀ ਹੋਣਾ ਆ। ਪਰ ਉਹ ਕਨਵਰਜ਼ੇਸ਼ਨ ਉਹ ਰੂਪ ਲੈ ਲੈਂਦੀ ਜਿਹੜਾ ਅਨਐਕਸਪੈਕਟਡ ਹੁੰਦਾ ਦੋਨਾਂ ਲਈ। ਅਤੇ ਉਹ ਫਿਰ ਵੱਧਦੀ ਗੱਲ ਕਰਨ ਦੀ ਆਦਤ ਹੋ ਜਾਂਦੀ। ਉਹ ਫਿਰ ਅਟਰੈਕਸ਼ਨ 'ਚ ਬਦਲਦੀ, ਫਿਰ ਗਲਤ ਰਾਹ 'ਤੇ ਚਲੀ ਜਾਂਦੀ। ਫਿਰ ਹੁੰਦਾ ਕੀ ਆ, ਵੱਡੇ ਨਿਤਨੇਮੀ ਬਾਣੀ ਪੜ੍ਹਨ ਵਾਲੀਆਂ ਰੂਹਾਂ ਜਿਹੜੀਆਂ ਨਾ, ਉਹ ਇਸ ਸਭ ਦੇ ਵਿੱਚ ਗਲਤਾਨ ਹੁੰਦੀਆਂ ਦੇਖੀਆਂ।
ਸੋ ਅਸੀਂ ਇਸ ਸਭ 'ਚ ਨਹੀਂ ਪੈਣਾ। ਆਪਣਾ ਟਾਰਗੇਟ ਕੀ ਆ, ਹੈ ਨਾ, ਉਹ ਸਾਨੂੰ ਯਾਦ ਹੋਣਾ ਚਾਹੀਦਾ। ਆਇਓ ਸੁਣਨ ਪੜ੍ਹਨ ਕੋ ਬਾਣੀ, ਹੈ ਨਾ, ਇਹ ਹਮੇਸ਼ਾ ਹੀ ਯਾਦ ਹੋਣਾ ਚਾਹੀਦਾ। ਫਿਰ ਹੁਣ ਦੇਖੋ, ਜੋ ਸਾਡੇ ਮਨ 'ਚ ਆ, ਗੁਰੂ ਸਾਹਿਬ ਅੱਗੇ ਵੀ ਕਹਿਲਵਾਉਂਦੇ ਹੁੰਦੇ ਕਿ ਜੋ ਸਾਡੇ ਮਨ 'ਚ ਆ ਨਾ, ਉਹੀ ਸਿਮਰਨ ਆ। ਜੋ ਸਾਡੀ ਸੁਰਤ 'ਚ ਆ, ਉਹੀ ਸਿਮਰਨ ਆ। ਜੇ ਸੁਰਤ ਸੋਚ ਰਹੀ ਆ ਕਿ ਅੱਜ ਗੱਲ ਨਹੀਂ ਹੋਈ, ਅੱਜ ਉਹ ਵਿਕਾਰ ਨਹੀਂ ਕਮਾਏ ਜੋ ਪਿਛਲੇ 1 ਹਫ਼ਤੇ ਤੋਂ ਉਹੀ ਗੁਫ਼ਤਗੂ ਚੱਲ ਰਹੀ ਸੀਗੀ, ਸਿਰਫ ਆਪਣੀਆਂ ਗੱਲਾਂ, ਇੱਧਰ ਉੱਧਰ ਦੀਆਂ ਗੱਲਾਂ। ਅੱਜ ਸੁਰਤ ਸੋਚ ਰਹੀ ਆ ਕਿ ਮਨਾ ਅੱਜ ਇਹ ਵਿਕਾਰ ਨਹੀਂ ਕਮਾਏ, ਅੱਜ ਗੱਲ ਨਹੀਂ ਹੋਈ, ਤਾਂ ਹੋਇਆ ਕੀ ਆ, ਤੁਸੀਂ ਸੋਚ ਰਹੇ ਹੋ, ਉਹਨਾਂ ਵਿਕਾਰਾਂ ਨੂੰ ਮਿਸ ਕਰ ਰਹੇ ਹੋ। ਤਾਂ ਫਿਰ ਪਿਆਰਿਓ, ਜੋ ਸੁਰਤ 'ਚ ਹੈ ਨਾ, ਉਹੀ ਸਿਮਰਨ ਆ। ਹੁਣ ਇਹਨਾਂ 2 ਰੂਹਾਂ ਦੀ ਸੁਰਤ ਜਿਹੜੀ ਆ, ਉਹ ਵਿਕਾਰਾਂ ਦੀ ਭਾਲ 'ਚ ਆ, ਵਿਕਾਰਾਂ ਦੇ ਸਿਮਰਨ 'ਚ ਆ। ਤੇ ਦੂਸਰੇ 2 ਗੁਰਸਿੱਖਾਂ ਦੀ ਜਿਹੜੀ ਚੈਟ ਆ, ਹੁਣ ਦੇਖੋ, ਜਿਸ ਤਰ੍ਹਾਂ ਦੀ ਸੰਗਤ ਕਰੋਗੇ ਨਾ, ਉਹੋ ਜਿਹੇ ਵਿਚਾਰ ਬਣਨਗੇ ਤੇ ਉਹੀ ਅੱਗੇ ਜਾ ਕੇ ਕਰਮ ਬਣ ਜਾਂਦੇ ਆ। ਅਸੀਂ ਕਈ ਵਾਰੀ ਸੋਚਦੇ ਹਾਂ ਨਾ ਕਿ ਪਤਾ ਨਹੀਂ ਰੱਬਾ ਅਸੀਂ ਕੈਸੇ ਕਰਮ ਕੀਤੇ ਆ ਕਿ ਇੰਨੇ ਦੁੱਖ ਮਿਲ ਰਹੇ ਆ। ਪਿਆਰਿਓ, ਸੰਗਤ ਹੀ ਕਰਮਾਂ ਨੂੰ ਬਣਾਉਂਦੀ ਆ। ਜੇ ਅੱਜ ਤੁਸੀਂ ਸੋਹਣੀ ਸੰਗਤ 'ਚੋਂ ਨਾ, ਤੇ ਹੋਊਗਾ ਕਿ ਹੁਣ ਉਹ ਗੁਰਸਿੱਖ ਜਿਹੜੇ ਆ, ਉਹ ਆਪਣੇ ਜੀਵਨ ਨੂੰ ਉੱਚਾ ਚੁੱਕਣ ਲਈ ਗੱਲ ਕਰ ਰਹੇ ਆ, ਉਸ ਵਾਹਿਗੁਰੂ ਦੇ ਪ੍ਰੇਮ ਨੂੰ ਆਪਣੇ ਅੰਦਰ ਗ੍ਰਹਿਣ ਕਰਨ ਲਈ ਗੱਲ ਕਰ ਰਹੇ ਆ। ਉਹਨਾਂ ਦੀ ਡਿਸਕਸ਼ਨ ਇਹ ਹੋ ਰਹੀ ਆ ਕਿ ਕਿਵੇਂ ਵਾਹਿਗੁਰੂ ਦੇ ਪਿਆਰ ਨੂੰ ਹਾਸਲ ਕੀਤਾ ਜਾ ਸਕੇ। ਤੇ ਫਿਰ ਉਹਨਾਂ ਦੇ ਵਿਚਾਰ ਵੀ ਸੋਹਣੇ ਉਪਜਣਗੇ, ਹੈ ਨਾ, ਉਹਨਾਂ ਨੂੰ ਸੁਪਨੇ ਵੀ ਸੋਹਣੇ ਆਇਆ ਕਰਨਗੇ। ਤੇ ਪਿਆਰਿਓ, ਇਹ ਗੱਲ ਸੱਚੀ ਆ, ਵਿਕਾਰੀ ਬੰਦੇ ਨੂੰ ਸੁਪਨੇ 'ਚ ਵੀ ਸੁੱਖ ਨਹੀਂ ਮਹਿਸੂਸ ਹੁੰਦਾ। ਝੂਠਾ ਸੁੱਖ ਭਾਵੇਂ ਮਹਿਸੂਸ ਹੋ ਜਾਵੇ, ਪਰ ਵਿਕਾਰੀ ਬੰਦੇ ਨੂੰ ਸੁਪਨੇ ਵੀ ਵਿਕਾਰਾਂ ਦੇ ਹੀ ਆਉਣਗੇ। ਤੇ ਜਿਹੜਾ ਉਸ ਵਾਹਿਗੁਰੂ ਦੀ ਉਸਤਤ ਦੇ ਵਿੱਚ ਰਹਿੰਦਾ ਨਾ ਹਰ ਵੇਲੇ, ਹੁਣ ਤੁਸੀਂ ਸੋਚੋ, 2 ਰੂਹਾਂ ਭਾਈ ਵੀਰ ਸਿੰਘ ਦੇ ਜੀਵਨ ਬਾਰੇ ਗੱਲ ਕਰ ਰਹੀਆਂ, ਹੈ ਨਾ। ਹੁਣ ਉਹਨਾਂ ਨੇ ਗੱਲ ਬੰਦ ਵੀ ਕਰ ਦਿੱਤੀ ਆ, ਤੇ ਕੰਮ ਕਰਦਿਆਂ, ਘਰ ਦਾ ਕੰਮ ਕਰਦਿਆਂ, ਆਫਿਸ 'ਚ ਰਹਿੰਦਿਆਂ, ਜੇ ਕੋਈ ਫ੍ਰੀ ਟਾਈਮ ਆ, ਤੇ ਉਹ ਸਭ ਉਹਨਾਂ ਦੇ ਨਾ ਮਾਈਂਡ 'ਚ ਚੱਲਦਾ ਰਹਿੰਦਾ, ਕਿਉਂਕਿ ਇਹ ਹਰ ਵੇਲੇ ਵਿਕਾਰਾਂ ਭਰੀ ਗੱਲ ਨਹੀਂ ਕਰ ਰਹੇ, ਇਹ ਹਰ ਵੇਲੇ ਗੁਰੂ ਦੀ ਉਸਤਤ 'ਚ ਬੈਠੇ ਆ। ਫਿਰ ਜਦੋਂ ਵੀ ਇਹਨਾਂ ਕੋਲ 10 ਸੈਕਿੰਡ ਦਾ ਵੀ ਟਾਈਮ ਹੋਇਆ ਨਾ, ਤੇ ਜੀਵਾਤਮਾ ਦਾ ਮਨ ਕਰਦਾ ਕਿ ਸਿਮਰਨ ਕਰ ਲਿਆ ਜਾਵੇ। ਚਲੋ 10 ਮਿੰਟ ਹੈਗੇ ਆ, ਚਲੋ ਇੱਕ ਚੌਪਈ ਸਾਹਿਬ ਹੋ ਜਾਣਾ। ਉਹ ਹਰ ਵੇਲੇ ਧਿਆਨ ਜਿਹੜਾ ਹੈ ਨਾ, ਉਹ ਸਦਾ ਹੀ ਗੁਰਮਤਿ 'ਚ ਆ ਕਿ ਕਿਵੇਂ ਜੀਵਨ ਕਮਾਇਆ ਜਾਵੇ। ਤੇ ਦੂਸਰੇ ਪਾਸੇ ਉਹਨਾਂ ਦੋਨਾਂ ਦਾ ਕੀ ਸਿਸਟਮ ਚੱਲ ਰਿਹਾ, ਸਭ ਤੋਂ ਪਹਿਲਾ ਵਾਰ ਮਾਇਆ ਦਾ ਇਹ ਹੁੰਦਾ ਕਿ ਬਾਣੀ 'ਚ ਮਨ ਨਹੀਂ ਲੱਗਦਾ, ਬੜਾ ਔਖੇ ਹੋ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ। ਫਿਰ ਕਿਤੇ ਇੱਕ ਦਿਨ ਨਾਗਾ ਪੈ ਗਿਆ, ਕਦੀ ਕਰ ਲਈ ਕਦੀ ਨਹੀਂ ਕੀਤੀ, ਟੁੱਟਦਾ ਟੁੱਟਦਾ ਟੁੱਟ ਜਾਂਦਾ, ਫਿਰ ਹੱਥੋਂ ਨਿਕਲ ਜਾਂਦੀ ਗੱਲ। ਹੁਣ ਇੱਥੇ
ਹੁੰਦਾ ਉਹਦੇ ਨਾਲ ਕੀ ਆ, ਸਮਝ ਸਾਰੀ ਆ, ਸੋਝੀ ਸਾਰੀ ਆ, ਬਾਣੀ ਦੇ ਅਰਥ ਵੀ ਪਤਾ ਨੇ, ਸਭ ਕੁਛ ਠੀਕ ਆ, ਸਭ ਕੁਛ ਪਤਾ ਆ, ਪਰ ਫਿਰ ਵੀ ਟੁੱਟਿਆ ਫਿਰਦਾ। ਰੂਹ ਜਿਹੜੀ ਆ ਅੰਦਰੋਂ ਖੁਸ਼ ਨਹੀਂ ਆ, 4 ਪਲਾਂ ਲਈ ਖੁਸ਼ੀ ਆ, ਫਿਰ ਉਦਾਸੀ ਆ। ਪਤਾ ਨਹੀਂ ਚੱਲ ਰਿਹਾ ਕਿ ਹੋ ਕੀ ਰਿਹਾ ਮੇਰੇ ਨਾਲ। ਹੌਲੀ ਹੌਲੀ ਫਸਦਾ ਫਸ ਜਾਂਦਾ। ਸੋ ਸ਼ੁਰੂਆਤ ਕਿੱਥੋਂ ਹੋਈ ਸੀਗੀ? ਇੱਕ ਛੋਟੀ ਜਿਹੀ ਗਲਤੀ ਕਿ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਵਿੱਚ ਗੁਰੂ ਨਹੀਂ ਸੀ, ਤਾਂ ਹਸ਼ਰ ਇਹ ਹੋ ਗਿਆ। ਫਿਰ ਉਹ ਸੋਚਦੇ ਆ ਚਲੋ ਹੁਕਮਨਾਮਾ ਲੈ ਲਈਏ, ਕਿ ਦੇਖਦੇ ਆ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ। ਪਿਆਰਿਓ, ਗੁਰੂ ਦਾ ਹੁਕਮ ਤਾਂ ਕਮਾਇਆ ਹੀ ਨਹੀਂ। ਗੁਰੂ ਕਹਿ ਰਿਹਾ ਆ ਕਿ ਇਹੜ ਤੇਹੜ ਛੱਡ, ਤੂੰ ਗੁਰ ਕਾ ਸ਼ਬਦ ਪਛਾਣ। ਉਧਰ ਧਿਆਨ ਨਹੀਂ ਆ। ਕੋਈ ਨਵਾਂ ਹੁਕਮ ਚਾਹੀਦਾ ਹੈ ਜਿਹੜਾ ਸਾਡੇ ਰਿਲੇਟਡ ਆ, ਜਿਹੜਾ ਸਾਡੇ ਸੰਬੰਧ ਦੇ ਵਿੱਚ ਮਿਲ ਜਾਵੇ। ਪਰ ਗੁਰੂ ਦੇ ਇੰਨੇ ਹੁਕਮ ਜਿਹੜੇ ਸੀਗੇ, ਉਹਨਾਂ ਵੱਲ ਕੋਈ ਧਿਆਨ ਨਹੀਂ ਆ ਉਹਨਾਂ ਰੂਹਾਂ ਦਾ। ਗੁਰੂ ਕਹਿ ਰਿਹਾ, ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਕਿ ਇਹ ਪ੍ਰੇਮ ਦੀ ਪੀਂਘ ਜਿਹੜੀ ਹੈ ਨਾ, ਉਸ ਪਿਆਰੇ ਵਾਹਿਗੁਰੂ ਤੋਂ ਇਲਾਵਾ ਮੈਂ ਕਿਸੇ ਨਾਲ ਨਹੀਂ ਪਾਉਣੀ। ਇਹ ਹੁਕਮ ਯਾਦ ਨਹੀਂ ਆਇਆ। ਇਹ ਹੁਕਮ ਯਾਦ ਨਹੀਂ ਆਇਆ ਕਿ ਇਹ ਜਿਹੜੀ ਪ੍ਰੀਤ ਆ ਉਹ ਵਾਹਿਗੁਰੂ ਦੇ ਨਾਲ ਲਾਉਣ ਲਈ ਮਿਲੀ ਸੀਗੀ। ਜ਼ਰੂਰੀ ਨਹੀਂ ਆ ਕਿ ਜੇ ਕੋਈ ਇਨਸਾਨ ਦੇ ਵਿੱਚ ਸੋਹਣੇ ਗੁਣ ਆ ਤੇ ਉਹਨੂੰ ਇਸੇ ਰਿਸ਼ਤੇ ਦੇ ਵਿੱਚ ਹੀ ਪਰੋਇਆ ਜਾਵੇ। ਜੇ ਕਿਸੇ ਦੇ ਸੋਹਣੇ ਗੁਣ ਲੱਗ ਰਹੇ ਆ ਤਾਂ ਤੁਸੀਂ ਚੁਗੋ ਨਾ ਉਹਨਾਂ ਨੂੰ। ਜ਼ਰੂਰੀ ਨਹੀਂ ਹੈ ਕਿ ਇਹ ਹੀ ਰਿਸ਼ਤਾ ਰੱਖਣਾ। ਤੁਸੀਂ ਵੀਰ ਭੈਣ ਬਣ ਕੇ ਉਸ ਗੁਰੂ ਦੀ ਉਸਤਤ ਦੇ ਵਿੱਚ ਲੱਗ ਸਕਦੇ ਹੋ। ਹੁਣ ਸੋਚੋ, ਤੁਹਾਡੀ ਲਾਈਫ ਦੇ ਵਿੱਚ ਕੋਈ ਬਹੁਤ ਸੋਹਣੇ ਗੁਣਾਂ ਵਾਲਾ ਗੁਰਸਿੱਖ ਹੋਵੇ, ਸੁਭਾਅ ਵੀ ਸੋਹਣਾ ਹੋਵੇ, ਲੋਇਲ ਹੋਵੇ, ਬਾਣੀ ਦਾ ਰਸੀਆ ਹੋਵੇ, ਤੇ ਤੁਹਾਡੇ ਨਾਲ ਰਿਸ਼ਤਾ ਉਹਦਾ ਗਲਤ ਨਾ ਹੋਵੇ। ਹਰ ਵੇਲੇ ਗੱਲ ਕਰਨ ਦਾ ਉਹ ਖਿੱਚ ਵੀ ਨਾ ਹੋਵੇ। ਠੀਕ ਹੈ, ਗੱਲ ਹੋ ਗਈ ਤਾਂ ਵੀ ਠੀਕ ਹੈ, ਨਹੀਂ ਹੋਈ ਤਾਂ ਵੀ ਠੀਕ ਹੈ। ਜੇ ਗੱਲ ਹੋਈ ਵੀ ਆ ਤੇ ਗੁਰਮਤ 'ਚ ਹੋ ਰਹੀ ਆ, ਗੁਰੂ ਲਈ ਹੋ ਰਹੀ ਆ, ਹੋਰ ਅੱਗੇ ਕਿਵੇਂ ਵਧਣਾ ਉਸ ਢੰਗ ਨਾਲ ਹੋ ਰਹੀ ਆ। ਜੇ ਨਹੀਂ ਵੀ ਹੋਈ ਤਾਂ ਕੋਈ ਦਿੱਕਤ ਨਹੀਂ ਆ, ਕਿਉਂਕਿ ਜੋ ਪਹਿਲਾਂ ਤੋਂ ਵਿਚਾਰਾਂ ਹੋਈਆਂ ਨਾ, ਉਹ ਸ਼ਬਦ ਰੂਪ ਵਿਚਾਰਾਂ ਦੀ ਤਾਕਤ ਐਸੀ ਆ ਕਿ ਹੁਣ ਗੱਲ ਕਰਨ ਜਾਂ ਨਾ ਕਰਨ ਦਾ ਕੋਈ ਮਤਲਬ ਰਿਹਾ ਹੀ ਨਹੀਂ। ਠੀਕ ਹੈ, ਜੇ ਕੁਛ ਨਹੀਂ ਸਮਝ ਆ ਰਿਹਾ ਤਾਂ ਗੱਲ ਕਰ ਵੀ ਲਈ। ਜੇ ਨਹੀਂ ਵੀ ਕੀਤੀ ਤਾਂ ਕੋਈ ਦਿੱਕਤ ਨਹੀਂ ਆ, ਕਿਉਂਕਿ ਮਨ ਸਦਾ ਹੀ ਗੁਰੂ ਦੀ ਵਡਿਆਈ 'ਚ ਆ, ਸਦਾ ਹੀ ਸਿਮਰਨ 'ਚ ਆ। ਕਦੇ ਉਹ ਬਾਣੀ 'ਚ ਆ, ਕਦੇ ਧਿਆਨ ਸਿਮਰਨ 'ਚ ਆ, ਕਦੇ ਕਿਸੇ ਹੋਰ ਨੇਕ ਕੰਮ 'ਚ ਆ, ਕਦੇ ਸੇਵਾ 'ਚ ਆ। ਉਸ ਸਭ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ। ਜੋ ਵਿਕਾਰਾਂ ਨੂੰ ਸਹੇੜਨ ਵਾਲੀ ਗੱਲ ਹੋਵੇ, ਵਿਕਾਰਾਂ ਭਰੀ ਚੈਟ ਕਰਨ ਵਾਲੀ ਗੱਲ ਹੋਵੇ, ਇੰਨਾ ਸਮਾਂ ਹੀ ਨਹੀਂ ਹੁੰਦਾ ਉਹਨਾਂ ਗੁਰਸਿੱਖਾਂ ਕੋਲ। ਸੋ ਪਿਆਰਿਓ, ਜੇ ਕਿਸੇ 'ਚ ਸੋਹਣੇ ਗੁਣ ਲੱਗਦੇ ਆ ਨਾ, ਤੇ ਜ਼ਰੂਰੀ ਨਹੀਂ ਹੈ ਕਿ ਇਹ ਚੋਰ ਰੂਪ ਰਿਸ਼ਤਾ ਉਹਦੇ ਨਾਲ ਰੱਖਿਆ ਜਾਵੇ।
ਜੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਗੁਰਸਿੱਖ ਮਿਲਣ ਤਾਂ ਫਿਰ ਤੁਹਾਡੀ ਕਨਵਰਜ਼ੇਸ਼ਨ ਵੀ ਗੁਰਮਤ 'ਚ ਹੋਣੀ ਚਾਹੀਦੀ, ਨਹੀਂ ਤਾਂ ਫਿਰ ਉਹ ਪਲਟ ਜਾਣੀ ਬਾਜ਼ੀ। ਇਹਨੇ ਤੁਹਾਡਾ ਨਿਤਨੇਮ ਖਿੱਚ ਲੈਣਾ, ਸਿਮਰਨ ਖਿੱਚ ਲੈਣਾ, ਤੁਹਾਡਾ ਜੀਵਨ ਡੇਗ ਦੇਣਾ। ਫਿਰ ਪਤਾ ਨਹੀਂ ਕਦੋਂ ਵਾਪਸੀ ਹੋਣੀ ਹੈ। ਕੋਈ ਸੋਹਣੀ ਸੰਗਤ ਹੀ ਫਿਰ ਵਾਪਸ ਲੈ ਕੇ ਆ ਸਕਦੀ ਹੈ, ਨਹੀਂ ਤਾਂ ਕਦੇ ਵੀ ਨਹੀਂ। ਫਿਰ ਸਵਾਲ ਇਹ ਉੱਠਦਾ ਕਿ ਜੇ ਇਹ ਵਾਲੀ ਗਲਤੀ ਹੋ ਗਈ ਆ ਤਾਂ ਕੀ ਉਹ ਗੁਰੂ ਮਾਫ ਕਰੂਗਾ? ਕਿ ਫਿਰ ਤੋਂ ਉਹ ਰੰਗ ਵੱਜ ਸਕਦੇ ਆ ਸੋਹਣੇ ਨਿਤਨੇਮ ਵਾਲੇ, ਸੋਹਣੇ ਸਿਮਰਨ ਵਾਲੇ? ਕਿ ਫਿਰ ਤੋਂ ਉਹ ਉਸ ਕਿਰਪਾ ਦੇ ਪਾਤਰ ਬਣਾਂਗੇ? ਪਿਆਰੇ, ਕਿਉਂ ਨਹੀਂ ਬਣਾਂਗੇ? ਸਾਡਾ ਗੁਰੂ ਕੌਣ ਆ? ਸਾਡੇ ਗੁਰੂ ਨੇ ਤਾਂ ਉਹਨਾਂ ਨੂੰ ਵੀ ਤਾਰਿਆ ਜਿਨ੍ਹਾਂ ਨੂੰ ਇਸ ਦੁਨੀਆ ਨੇ ਦੁਰਕਾਰਿਆ ਸੀਗਾ, ਜਿਨ੍ਹਾਂ ਦਾ ਕੋਈ ਹੱਲ ਨਹੀਂ ਸੀਗਾ ਨਾ, ਉਹਨਾਂ ਦਾ ਹੱਲ ਵੀ ਗੁਰੂ ਕੋਲ ਸੀਗਾ। ਵੱਡੇ ਵੱਡੇ ਰਾਖਸ਼ਸ ਬਿਰਤੀਆਂ ਨੂੰ ਤਾਰਨ ਵਾਲਾ, ਗਣਕਾਂ ਨੂੰ ਤਾਰਨ ਵਾਲਾ ਕੌਣ ਸੀਗਾ? ਸਾਡਾ ਗੁਰੂ ਸਮਰੱਥ ਗੁਰੂ ਆ। ਜੇ ਤੁਸੀਂ ਸੋਚ ਲਓਗੇ ਨਾ ਕਿ ਅੱਜ ਤੋਂ ਬਾਅਦ ਇਹ ਇਸ ਨਰਕ ਤੋਂ ਪਿੱਛੇ ਹੋਣਾ ਆ, ਤੇ ਪਿਆਰਿਓ ਇੱਕ ਸੋਹਣੀ ਅਰਦਾਸ ਹੀ ਕਾਫੀ ਆ। ਤੇ ਉਹ ਜਿਗਰਾ ਰੱਖ ਕੇ ਇਸ ਮਾਇਆ ਤੋਂ ਪਾਸੇ ਹੋਣਾ ਪੈਣਾ, ਤੇ ਕੋਈ ਸੋਹਣੀ ਸੰਗਤ ਜੇ ਮਿਲ ਜਾਏ ਜਿਹਨੇ ਤੁਹਾਨੂੰ ਇਹ ਨਹੀਂ ਪੁੱਛਣਾ ਕਿ ਅੱਜ ਕੀ ਖਾਧਾ, ਜਿਹਨੇ ਇਹ ਨਹੀਂ ਪੁੱਛਣਾ ਕਿ ਸਿਹਤ ਠੀਕ ਆ ਜਾਂ ਅੱਜ ਕਿੱਥੇ ਗਏ ਸੀਗੇ, ਕੁਛ ਨਹੀਂ ਪੁੱਛਣਾ। ਚਲੋ ਹੁਣ ਟੌਪਿਕ ਨੂੰ ਥੋੜ੍ਹਾ ਜਿਹਾ ਚੇਂਜ ਕਰਦੇ ਹਾਂ ਕਿ ਕਿੱਦਾਂ ਫਰਕ ਕਰੀਏ ਕਿ ਹਾਂ ਇਹ ਰੂਹ ਜਿਹੜੀ ਆ ਉਹ ਕਹਿ ਲਓ ਕਿ ਹੁਣ ਆਪਾਂ ਨਾ ਅੱਜ ਕੱਲ੍ਹ ਪਹਿਰਾਵੇ 'ਤੇ ਬਹੁਤ ਜਾ ਰਹੇ ਹਾਂ। ਪਹਿਰਾਵੇ ਤੋਂ ਕਦੇ ਵੀ ਜੱਜ ਨਹੀਂ ਕਰਨਾ ਕਿਸੇ ਨੂੰ, ਕਦੇ ਵੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਹਨਾ। ਤੇ ਉਹਨਾਂ ਨੂੰ ਪਤਾ ਸੀਗਾ ਕਿ ਪਹਿਰਾਵਾ ਜਿਹੜਾ ਹੈ ਨਾ, ਠੀਕ ਆ, ਇਹ ਧਾਰਮਿਕ ਲਿਬਾਸ ਵੀ ਕਿਤੇ ਨਾ ਕਿਤੇ ਸਾਡਾ ਅੰਗ ਆ, ਸਾਡੇ ਧਾਰਮਿਕ ਚਿੰਨ੍ਹ ਨੇ। ਇਹ ਵੀ ਬੜੇ ਹੀ ਸੋਹਣੇ ਰੰਗਾਂ ਦੇ ਵਿੱਚ ਰੰਗੇ ਹੋਏ ਰੰਗ ਨੇ। ਜਿਹੜਾ ਪਹਿਰਾਵਾ ਗੁਰੂ ਨੇ ਆਪ ਦਿੱਤਾ ਹੋਵੇ ਉਹ ਕਿਉਂ ਨਾ ਸੋਹਣਾ ਹੋਊਗਾ, ਉਹਦਾ ਕਿਉਂ ਨਾ ਕੋਈ ਮੀਨਿੰਗ ਹੋਊਗਾ। ਬਹੁਤ ਸੋਹਣੇ ਮੀਨਿੰਗ ਨੇ, ਪਰ ਗੁਰੂ ਸਾਹਿਬ ਨੇ ਹਮੇਸ਼ਾ ਪਹਿਲ ਅੰਦਰ ਦੇ ਜੀਵਨ ਨੂੰ ਦਿੱਤੀ ਆ। ਇਸੇ ਲਈ ਉਹਨਾਂ ਨੇ ਕਿਹਾ ਕਿ ਜੋ ਰਹਿਤ 'ਚ ਨਹੀਂ ਆ ਨਾ, ਮੈਂ ਉਹਦੇ ਵੱਲ ਨਹੀਂ ਆ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂ ਇਨਕੀ ਪ੍ਰਤੀਤ। ਕਿ ਜੇ ਸਿਰਫ ਪਹਿਰਾਵਾ ਹੀ ਆ ਤੇ ਅੰਦਰ ਜਿਹੜਾ ਆ ਉਹ ਹੋ ਰਿਹਾ, ਬਾਹਰੋਂ ਹੋ ਰਿਹਾ, ਤੇ ਗੁਰੂ ਸਾਹਿਬ ਕਹਿੰਦੇ ਫਿਰ ਮੈਂ ਉਹਦੇ ਵੱਲ ਨਹੀਂ ਆ। ਸੋ ਸਾਧੂ ਸੰਤ ਕੌਣ ਆ?
ਸਾਧੂ ਨੇ ਇਹ ਨਹੀਂ ਪੁੱਛਣਾ ਕਿ ਤੂੰ ਕਿੰਨੇ ਪੈਸੇ ਕਮਾਉਣਾ ਆ ਤੇ ਮੈਨੂੰ ਇੰਨੇ ਦੇ ਦੇ। ਉਹਦੀ ਅੱਖ ਤੁਹਾਡੇ ਪੈਸੇ ਤੇ ਨਹੀਂ ਹੋਊਗੀ। ਉਹਨੇ ਤੁਹਾਡੇ ਤੋਂ ਕਦੀ ਵੀ ਕੁਛ ਮੰਗਣਾ ਨਹੀਂ, ਕਦੇ ਵੀ ਕੁਛ ਨਹੀਂ ਮੰਗਣਾ। ਜੇ ਕੋਈ ਸੱਚਮੁੱਚ ਸਾਧੂ ਆ, ਉਹਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਉਹਨੂੰ ਕੁਛ ਨਹੀਂ ਚਾਹੀਦਾ, ਉਹਨੂੰ ਤੁਹਾਡੇ ਵੱਲੋਂ ਕੀਤੀ ਹੋਈ ਉਸਤਤ ਵੀ ਨਹੀਂ ਚਾਹੀਦੀ, ਉਹਨੂੰ ਕੁਛ ਨਹੀਂ ਚਾਹੀਦਾ। ਉਹਨੇ ਸਿਵਾਏ ਉਸ ਵਾਹਿਗੁਰੂ ਦੀ ਗੱਲ ਤੋਂ ਕੋਈ ਦੂਸਰੀ ਗੱਲ ਕਰਨੀ ਨਹੀਂ। ਕਿਸੇ ਵੀ ਦੁਨਿਆਵੀ ਗੱਲ 'ਚ ਉਹਨੇ ਪੈਣਾ ਹੀ ਨਹੀਂ। ਅੱਜ ਕੱਲ੍ਹ ਤਾਂ ਮਤਲਬ ਇਹ ਨਹੀਂ ਆ ਕਿ ਸੋਹਣੀਆਂ ਰੂਹਾਂ ਇਸ ਕਾਇਨਾਤ 'ਚ ਮੌਜੂਦ ਨਹੀਂ ਆ। ਜਿਵੇਂ ਜਿਵੇਂ ਇਸ ਵਿਗਿਆਨ ਨੇ ਤਰੱਕੀ ਕੀਤੀ ਆ, ਉਹਦੀਆਂ ਕੁਛ ਖਾਮੀਆਂ ਵੀ ਨੇ, ਉਹਦੀਆਂ ਕੁਛ ਸੋਹਣੀਆਂ ਗੱਲਾਂ ਵੀ ਨੇ। ਹੁਣ ਕਿੰਨਾ ਪ੍ਰਚਾਰ ਹੋ ਰਿਹਾ ਹੈ ਨਾ, ਅਤੇ ਪਲੇਟਫਾਰਮ ਸਾਡੇ ਸਾਹਮਣੇ ਆ। ਜਿਵੇਂ ਹੁਣ ਆਹ ਦੇਖੋ, ਗੁਰੂ ਸਾਹਿਬ ਆਪ ਵਰਤ ਕੇ ਕਿੰਨੀਆਂ ਗੱਲਾਂ ਸ਼ੇਅਰ ਕਰਦੇ ਆ, ਹੈ ਨਾ, ਸਾਡੇ ਰਾਹੀਂ ਜਾਂ ਕਿਸੇ ਰਾਹੀਂ ਵੀ। ਅਤੇ ਇਹ ਪੋਜ਼ੀਟਿਵ ਚੀਜ਼ਾਂ ਵੀ ਹੋ ਰਹੀਆਂ। ਸੋ ਜਿਹੜਾ ਸੱਚ ਦਾ ਪਾਂਧੀ ਆ ਨਾ, ਉਹਨੇ ਨਹੀਂ ਕਹਿਣਾ ਤੁਸੀਂ ਮੇਰੇ ਕੋਲ ਆਓ, ਕਦੀ ਵੀ ਨਹੀਂ ਕਹਿਣਾ। ਉਹਦਾ ਥੋਟ ਪ੍ਰੋਸੈਸ ਕੀ ਆ ਕਿ ਇੱਕ ਯੂਨੀਵਰਸਲ ਵਿਚਾਰ ਹੋ ਜਾਏ ਜਿਹੜੀ ਸਾਰਿਆਂ ਲਈ ਆ। ਉਹਨੇ ਨਹੀਂ ਕਹਿਣਾ ਤੁਸੀਂ ਮੇਰੇ ਕੋਲ ਆ ਕੇ ਹੀ ਸੁਣੋ। ਠੀਕ ਆ, ਹੁਣ ਇੱਕ ਪਲੇਟਫਾਰਮ ਆ ਜਿੱਥੇ ਉਹ ਗੱਲ ਕਰ ਰਿਹਾ ਹੈ ਨਾ, ਕੋਈ ਵੀ ਗੁਰਸਿੱਖ, ਕੋਈ ਵੀ ਸੋਹਣੀ ਰੂਹ। ਸੋ ਜੇ ਤੁਸੀਂ ਸੱਚ ਨੂੰ ਕਮਾਉਣਾ ਆ ਪਿਆਰਿਓ, ਤਾਂ ਉਹਦੀ ਗੱਲ ਤੁਹਾਨੂੰ ਡਿਜੀਟਲਾਈਜ਼ਡ ਵੀ ਸੁਣ ਰਹੀ ਆ। ਜੇ ਕੋਈ ਮੰਨ ਲਓ ਪੰਜਾਬ ਤੋਂ ਬੋਲ ਰਿਹਾ ਹੈ ਨਾ, ਕੋਈ ਵੀ ਸੋਹਣੀ ਰੂਹ ਆ, ਉਹਦੀ ਗੱਲ ਤੁਸੀਂ ਅਮਰੀਕਾ ਬੈਠੇ ਬੈਠੇ, ਕੈਨੇਡਾ ਬੈਠੇ ਬੈਠੇ ਵੀ ਸੁਣ ਪਾ ਰਹੇ ਹੋ, ਹੈ ਨਾ। ਸੋ ਇਹ ਤਕਨੀਕ ਆ ਕਿ ਤਕਨੀਕ ਦਾ ਕਿੰਨਾ ਵਾਧਾ ਹੋਇਆ, ਹੈ ਨਾ, ਕਿ ਕੋਈ ਪਿਆਰਾ ਕਿਤੋਂ ਲਾਈਵ ਹੋ ਰਿਹਾ, ਸੋਹਣੀ ਗੱਲ ਸੁਣਾ ਰਿਹਾ, ਕੋਈ ਕਿਤੋਂ ਲਾਈਵ ਹੋ ਰਿਹਾ, ਅਤੇ ਉਹਦੀ ਗੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਸੁਣ ਰਹੇ ਆ। ਸੋ ਹੁਣ ਤਾਂ ਜ਼ਮਾਨਾ ਬਦਲ ਚੁੱਕਿਆ ਹੈ ਨਾ, ਤੁਸੀਂ ਘਰ ਬੈਠੇ ਵੀ ਕਿਸੇ ਵੀ ਗੁਰਸਿੱਖ ਦੀ ਵਿਚਾਰ ਸੁਣ ਸਕਦੇ ਹੋ। ਸੋ ਗੁਰੂ ਸਾਹਿਬ ਨੇ ਪਿਛਲੀ ਵੀਡੀਓ 'ਚ ਵੀ ਕਹਿਲਵਾਇਆ ਸੀਗਾ ਕਿ ਗੁਰਸਿੱਖ ਨੂੰ ਮਿਲਣਾ ਹੈ ਅਤੇ ਉਹਦੇ ਵਿਚਾਰਾਂ ਨੂੰ ਮਿਲਣਾ ਪੈਣਾ, ਉਹਦੇ ਵਿਚਾਰਾਂ ਨੂੰ ਕਮਾਉਣਾ ਪੈਣਾ। ਸੋ ਜੇ ਤੁਸੀਂ ਵਿਚਾਰ ਕਮਾ ਲਏ ਨਾ, ਉਹਦੇ 'ਚ ਹੀ ਸਭ ਕੁਛ ਆ, ਉਹਨੂੰ ਮਿਲਣ ਦੀ ਵੀ ਲੋੜ ਨਹੀਂ ਆ। ਅਸਲੀ ਮਿਲਣਾ ਤੇ ਵਿਚਾਰਾਂ ਦਾ ਮਿਲਣਾ ਹੀ ਆ ਨਾ। ਸੋ ਜਦੋਂ ਕੋਈ ਵੀ ਸੋਹਣੀ ਰੂਹ ਬੋਲਦੀ ਆ, ਕੋਈ ਵੀ ਸੰਤ ਜਨ ਬੋਲਦੇ ਆ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਮਿਲ ਕੇ ਹੀ ਸਭ ਕੁਛ ਕਰਨਾ ਆ, ਸਭ ਕੁਛ ਸਿੱਖਣਾ ਆ। ਉਹ ਜੋ ਕਹਿ ਰਹੇ ਆ ਨਾ, ਬਸ ਉਹਨੂੰ ਕਮਾ ਲਓ, ਬਸ ਉਹਦੇ 'ਚ ਹੀ ਸਭ ਕੁਛ ਮਿਲ ਜਾਣਾ। ਤੁਹਾਨੂੰ ਨਾ ਆਪਣਾ ਕਿਲ੍ਹਾ ਆਪ ਹੀ ਫਤਿਹ ਕਰਨਾ ਪੈਣਾ, ਆਪ ਹੀ ਜਪਣਾ ਪੈਣਾ। ਉਹ ਸਾਧੂ ਨੇ ਕੀ ਕੀਤਾ, ਉਸ ਗੁਰਸਿੱਖ ਨੇ ਕੀ ਕੀਤਾ, ਉਹਨੇ ਵੀ ਜਪਿਆ, ਖੂਬ ਜਪਿਆ, ਅਤੇ ਉਹ ਇਸ ਜੋਗਾ ਹੋ ਗਿਆ ਕਿ ਉਸ ਵਾਹਿਗੁਰੂ ਦੀ ਉਸਤਤ ਕਰ ਸਕੇ, ਹੈ ਨਾ। ਉਹਦੇ ਵਿਚਾਰ ਸੋਹਣੇ ਹੋ ਗਏ। ਕਿਵੇਂ ਹੋਏ? ਵਾਹਿਗੁਰੂ ਜਪ ਕੇ ਹੀ ਹੋਏ, ਹੋਰ ਕੋਈ ਤਰੀਕਾ ਨਹੀਂ ਆ। ਤੁਹਾਡੇ ਕੋਲ ਵੀ ਗੁਰੂ ਸਾਹਿਬ ਦੀ ਮਿਹਰ ਆ, ਤੁਸੀਂ ਵੀ ਜਪੋ, ਉਹਦੇ 'ਚ ਹੀ ਸਭ ਕੁਛ ਮਿਲ ਜਾਣਾ। ਕਿਤੇ ਵੀ ਕੋਈ ਡਾਊਟ ਆਉਂਦਾ ਹੈ ਮਨ ਦੇ ਵਿੱਚ,
ਕੋਈ ਸੋਹਣਾ ਵਿਚਾਰ ਸੁਣ ਲਓ ਕਿ ਹਾਂ ਇਹ ਵੀ ਇੱਕ ਸੰਗਤ ਦਾ ਹੀ ਰੂਪ ਆ। ਹੁਣ ਜਿਵੇਂ ਆ ਗੁਰੂ ਸਾਹਿਬ ਬੁਲਵਾ ਰਹੇ ਹੈ ਨਾ, ਤੁਸੀਂ ਸੁਣ ਰਹੇ ਹੋਵੋਗੇ, ਇਹ ਕੀ ਹੋ ਰਿਹਾ? ਇਹ ਵੀ ਸੰਗਤ ਹੋ ਰਹੀ ਆ। ਇਹ ਸੰਗਤ ਤੋਂ ਵੱਖਰਾ ਕੌਨਸੈਪਟ ਨਹੀਂ ਆ, ਇਹ ਸੰਗਤ ਦਾ ਹੀ ਕੌਨਸੈਪਟ ਆ। ਜਦੋਂ ਕੋਈ ਰੂਹ ਕੁਛ ਬੋਲਦੀ ਆ ਤੇ ਕੋਈ ਪਿਆਰਾ ਸੁਣ ਰਿਹਾ ਹੈ ਨਾ, ਤੇ ਇਹ ਨਾ ਸੋਚਿਆ ਕਰੋ ਕਿ ਕੋਈ ਬੋਲ ਰਿਹਾ ਹੈ ਤੇ ਤੁਸੀਂ ਸੁਣ ਰਹੇ ਹੋ। ਪਿਆਰਿਓ, ਸੁਣਦਾ ਵੀ ਉਹੀ ਆ। ਜੇ ਤੁਹਾਨੂੰ ਕੋਈ ਵਿਚਾਰ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦੀ ਹੈ ਨਾ, ਤਾਂ ਪਿਆਰਿਓ ਉਹ ਆਪ ਹੀ ਸੁਣਦਾ ਆ, ਨਹੀਂ ਤਾਂ ਉਹ ਤੁਹਾਡੇ ਤੱਕ ਪਹੁੰਚਣੀ ਨਹੀਂ ਸੀਗੀ। ਉਹ ਤੁਹਾਨੂੰ ਟੱਚ ਨਹੀਂ ਸੀ ਕਰਨੀ ਗੱਲ। ਜੇ ਟੱਚ ਕਰ ਰਹੀ ਆ ਨਾ, ਇਹਦਾ ਮਤਲਬ ਦਾਤਾ ਤੇ ਭੁਗਤਾ ਉਹੀ ਆ। ਦਾਤਾ ਕੌਣ ਆ? ਜੇ ਕਿਸੇ ਦੇ ਵਿੱਚ ਆ ਕੇ ਉਹ ਬੁਲਵਾ ਰਿਹਾ ਆ, ਮਤਲਬ ਕਿ ਉਹ ਵੰਡ ਰਿਹਾ ਆ, ਹੈ ਨਾ। ਤੇ ਭੁਗਤਾ ਹੁੰਦਾ ਪੁੰਚਣ ਵਾਲਾ, ਗ੍ਰਹਿਣ ਕਰਨ ਵਾਲਾ। ਤੇ ਜੇ ਕੋਈ ਗੱਲ ਟੱਚ ਹੋ ਗਈ ਅੰਦਰ ਤੱਕ, ਤਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਅੰਦਰ ਬੈਠ ਕੇ ਉਹ ਆਪ ਹੀ ਸੁਣ ਰਿਹਾ ਹੈ ਤੇ ਆਪ ਹੀ ਬੋਲ ਰਿਹਾ ਹੈ। ਸੋ ਇਹ ਵੀ ਇੱਕ ਸੰਗਤ ਦਾ ਰੂਪ ਆ। ਬਹੁਤ ਸਾਰੀਆਂ ਰੂਹਾਂ ਜਿਹੜੀਆਂ ਉਹ ਸੁਣ ਰਹੀਆਂ ਵਿਚਾਰ, ਪਰ ਆਪਾਂ ਨਾ ਇਹਨੂੰ ਸਿਰਫ ਸੁਣਨ ਤੱਕ ਹੀ ਸੀਮਿਤ ਨਹੀਂ ਰੱਖਣਾ ਕਿ ਭਾਈ ਸਾਹਿਬ ਬਹੁਤ ਸੋਹਣੇ ਵਿਚਾਰ ਕਰਦੇ ਆ। ਇਹ ਸਿਰਫ ਇੱਥੇ ਤੱਕ ਹੀ ਸੀਮਿਤ ਨਹੀਂ ਰਹਿਣਾ ਕਿ ਹਾਂ ਬਹੁਤ ਸੋਹਣੇ ਵਿਚਾਰ ਲੱਗੀ। ਪਿਆਰਿਓ, ਹਰ ਚੀਜ਼ ਨੂੰ ਕਮਾਉਣਾ ਆ। ਜੋ ਵੀ ਅਸੀਂ ਸੁਣਦੇ ਹਾਂ ਨਾ, ਸੋਹਣਾ, ਜੋ ਵੀ ਸੋਹਣਾ ਸੁਣਦੇ ਹਾਂ, ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲ ਦੇਣਾ। ਸੋ ਅਸੀਂ ਦੇਖਦੇ ਹਾਂ ਬਹੁਤ ਸਾਰੇ ਵੀਰ ਭੈਣਾਂ ਉਹ ਕਮੈਂਟਸ ਕਰਦੇ ਨੇ, ਪਰ ਪਿਆਰਿਓ ਆਪਾਂ ਨਾ ਜੀਵਨ ਕਮਾਉਣਾ ਆ। ਸਭ ਤੋਂ ਪਹਿਲੀ ਗੱਲ, ਕੁਛ ਪਿਆਰੀਆਂ ਰੂਹਾਂ ਐਸੀਆਂ ਵੀ ਆ, ਉਹ ਸੁਣਦੀਆਂ ਤਾਂ ਜ਼ਰੂਰ ਨੇ, ਪਰ ਨਾ ਉਹ ਬਾਣੀ ਨਹੀਂ ਪੜ੍ਹਦੇ। ਤੇ ਕਈ ਇਸ ਕਨਫਿਊਜ਼ਨ 'ਚ ਵੀ ਨੇ ਕਿ ਕਿੱਥੋਂ ਸ਼ੁਰੂਆਤ ਕੀਤੀ ਜਾਵੇ। ਪਿਆਰਿਓ, ਸਭ ਤੋਂ ਪਹਿਲੀ ਸ਼ੁਰੂਆਤ ਤੁਸੀਂ ਨਾ ਇੱਕ ਅਰਦਾਸ ਕਰ ਦਿਓ ਬਸ ਕਿ ਗੁਰੂ ਸਾਹਿਬ ਮੈਨੂੰ ਨਾ ਆਪਣਾ ਬਣਾ ਲਓ। ਮੈਂ ਕਦੀ ਬਾਣੀ ਨਹੀਂ ਪੜ੍ਹੀ, ਕਦੀ ਕਦੀ ਪੜ੍ਹਦਾ ਆ, ਕਦੀ ਕਦੀ ਪੜ੍ਹਦੀ ਆ, ਪਰ ਮੈਂ ਨਾ ਹੁਣ ਤੁਹਾਨੂੰ ਹਰ ਰੋਜ਼ ਹੀ ਗਾਉਣਾ ਆ, ਤੁਹਾਨੂੰ ਹਰ ਰੋਜ਼ ਹੀ ਸੁਣਨਾ ਆ। ਤੁਸੀਂ ਮੇਰੇ 'ਤੇ ਕਿਰਪਾ ਕਰੋ, ਤੁਸੀਂ ਮੇਰੇ ਤੋਂ ਬਾਣੀ ਪੜ੍ਹਾ ਲਿਆ ਕਰੋ ਰੋਜ਼। ਇਹ ਅਰਦਾਸ ਕਰਕੇ ਨਾ ਸਭ ਤੋਂ ਪਹਿਲੀ ਸ਼ੁਰੂਆਤ ਹੈ ਕਿ ਤੁਸੀਂ ਬਾਣੀ ਪੜ੍ਹਨ ਲੱਗ ਜਾਓ। ਤੁਹਾਡਾ ਨਿਤਨੇਮ ਸੋਹਣਾ ਹੋ ਗਿਆ ਨਾ, ਉਹਦੇ 'ਚ ਬਹੁਤ ਕੁਝ ਮਿਲ ਜਾਣਾ। ਤੁਹਾਡੀ ਰੂਹ ਜਦੋਂ ਜਪਜੀ ਸਾਹਿਬ ਗਾਉਣ ਲੱਗ ਗਈ, ਜਾਪ ਸਾਹਿਬ ਗਾਉਣ ਲੱਗ ਗਈ, ਤੋ ਪ੍ਰਸਾਦ ਸੋਈਏ, ਚੌਪਈ ਸਾਹਿਬ, ਆਨੰਦ ਸਾਹਿਬ, ਕਿੰਨੀਆਂ ਸੋਹਣੀਆਂ ਤੁਕਾਂ ਗੁਰੂ ਸਾਹਿਬ ਦੱਸਦੇ ਆਨੰਦ ਸਾਹਿਬ 'ਚ, ਹੈ ਨਾ। ਕਿੰਨੀ ਸੋਹਣੀ ਉਸਤਤ ਹੈ ਜਾਪ ਸਾਹਿਬ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ ਕਿੰਨਾ ਕੁਛ ਦੱਸਦੇ ਆ। ਸੁਣਿਆ ਪਹੁ ਨਾ ਸਕੈ ਕਾਲ, ਸੁਣਿਆ ਪਹੁ ਨਾ ਸਕੈ ਕਾਲ, ਮਤਲਬ ਕਿ ਜਦੋਂ ਤੂੰ ਬੋਲੇਂਗਾ ਵਾਹਿਗੁਰੂ ਵਾਹਿਗੁਰੂ, ਤੇ ਤੇਰੇ ਕੰਨ ਸੁਣ ਰਹੇ ਆ ਨਾ। ਜਦੋਂ ਤੂੰ ਬੋਲ ਰਿਹਾ ਵਾਹਿਗੁਰੂ, ਤੇ ਬਾਣੀ ਕੀ ਕਹਿ ਰਹੀ? ਸੁਣਿਆ ਪਹੁ ਨਾ ਸਕੈ ਕਾਲ, ਕਿ ਜੇ ਤੂੰ ਉਹਨੂੰ ਸੁਣੇਗਾ ਤੇ ਤੈਨੂੰ ਕਾਲ ਪੋ ਨਹੀਂ ਸਕਣਾ। ਤੈਨੂੰ ਇਹਨਾਂ ਵਿਕਾਰਾਂ ਨੇ, ਤੈਨੂੰ ਵਿਕਾਰਾਂ ਦੀ ਮਾਰ ਨਹੀਂ ਸਹਿਣੀ ਪੈਣੀ। ਸੁਣਿਆ ਪੋ ਨਾ ਸਕੈ ਕਾਲ, ਤੈਨੂੰ ਇਹ ਵਿਕਾਰਾਂ ਰੂਪੀ ਜੰਮ ਛੂ ਵੀ ਨਹੀਂ ਸਕਣਗੇ, ਤੇਰੇ ਲਾਗੇ ਵੀ ਨਹੀਂ ਆਉਣਗੇ।
ਤੇਰੀ ਰੂਹ ਸਦਾ ਹੀ ਉਸ ਵਾਹਿਗੁਰੂ ਨੂੰ ਜਪਦੀ ਰਹੂਗੀ। ਫਿਰ ਇਹ ਸਭ ਕਿੱਦਾਂ ਹੋਊਗਾ? ਸੁਣਿਆ ਭਾਵ ਸੁਣਨ ਦੇ ਨਾਲ। ਫਿਰ ਸੁਣਿਆ, ਹੁਣ ਦੇਖੋ ਤੁਸੀਂ ਇਹ ਵਿਚਾਰ ਸੁਣ ਲਈ ਨਾ ਕਿ ਸੁਣਿਆ 'ਚ ਕੀ ਆ। ਉਹ ਫਿਰ ਸਾਰੀ, ਹੁਣ ਜਦੋਂ ਤੁਸੀਂ ਪੜ੍ਹੋਗੇ ਨਾ ਜਪਜੀ ਸਾਹਿਬ ਤਾਂ ਤੁਸੀਂ ਰੋਜ਼ ਹੀ ਪੜ੍ਹਦੇ ਹੋਣੇ ਆ, ਪਰ ਹੁਣ ਜਦੋਂ ਇਹ ਪਤਾ ਚੱਲ ਗਿਆ ਕਿ ਸੁਣਿਆ ਹੈ ਨਾ, ਸੁਣਿਆ ਦੇ ਨਾਲ ਕੀ ਕੀ ਹੁੰਦਾ, ਸੁਣਨ ਦੇ ਨਾਲ ਕੀ ਹੁੰਦਾ, ਇਹ ਪੌੜੀ ਤੁਹਾਨੂੰ ਸਦਾ ਹੀ, ਹੁਣ ਜੋ ਤੁਸੀਂ ਪੜ੍ਹੋਗੇ ਨਾ ਇਹ ਹੋਰ ਸੋਹਣੀ ਲੱਗਣੀ ਸ਼ੁਰੂ ਹੋ ਜਾਣੀ ਤੁਹਾਨੂੰ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼, ਕਿ ਕਿੰਨਾ ਕਿੰਨਾ ਗਿਆਨ ਮਿਲਦਾ ਜਾਂਦਾ ਸੁਣਨ ਦੇ ਨਾਲ ਹੀ। ਸੁਣੈ ਦੀਪ ਲੋ ਪਾਤਾਲ, ਸੁਣੈ ਪੋ ਨਾ ਸਕੈ ਕਾਲ। ਫਿਰ ਇੱਦਾਂ ਹੀ ਮੰਨੇ ਵਾਲੀ ਪੌੜੀ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਸੋ ਸਿਰਫ ਸੁਣਨ ਦੇ ਨਾਲ ਹੀ ਕੀ ਕੀ ਮਿਲ ਰਿਹਾ, ਇਹ ਜਪਜੀ ਸਾਹਿਬ 'ਚ ਗੁਰੂ ਸਾਹਿਬ ਸਮਝਾ ਰਹੇ। ਤੇ ਸੁਣਨਾ ਤੇ ਮੰਨਣਾ, ਇਹਦੇ ਵਿੱਚ ਕੀ ਕੀ ਗੁਰੂ ਸਾਹਿਬ ਸਾਂਝ ਪਾ ਰਹੇ, ਇਹ ਸਭ ਤੁਹਾਨੂੰ ਬਾਣੀ 'ਚੋਂ ਹੀ ਮਿਲਣਾ ਹੈ। ਬਾਣੀ ਹਮੇਸ਼ਾ ਮੋਟੀਵੇਟ ਕਰਦੀ ਹੈ ਕਿ ਤੂੰ ਲੱਗਾ ਰਹਿ, ਹਰ ਵੇਲੇ ਲੱਗਾ ਰਹਿ। ਤੇ ਲੱਗਾ ਰਹਿ ਦਾ ਭਾਵ ਕਿ ਸਿਮਰਨ 'ਚ ਲੱਗਾ ਰਹਿ। ਹੁਣ ਇਸੇ 'ਚ ਕਿੰਨੀ ਵੱਡੀ ਮੋਟੀਵੇਸ਼ਨ ਸੀਗੀ ਕਿ ਜੇ ਮਨ ਕਹਿ ਰਿਹਾ ਹੈ, ਮਨ ਦਾ ਮਨ ਨਹੀਂ ਆ ਕਿ ਅੱਜ ਨਹੀਂ ਸਿਮਰਨ ਕਰਨਾ, ਪਰ ਜੇ ਉਹਨੂੰ ਯਾਦ ਆ ਕਿ ਜੇ ਮੈਂ ਜਪੂੰਗਾ ਤੇ ਉਸ ਜਪੇ ਹੋਏ ਨੂੰ ਸੁਣਦਾ ਜਾਊਂਗਾ ਤੇ ਮੈਨੂੰ ਕੀ ਮਿਲਣਾ ਆ, ਫਿਰ ਉਹਨੂੰ ਯਾਦ ਹੋਊਗਾ ਕਿ ਹਾਂ ਸੁਣਿਆ ਪੋ ਨਾ ਸਕੈ ਕਾਲ, ਕਿ ਜੇ ਮੈਂ ਸੁਣੂੰਗਾ ਤੇ ਮੈਂ ਇਹਨਾਂ ਜਮਾਂ ਦੀ ਮਾਰ ਤੋਂ ਬਚ ਜਾਊਂਗਾ। ਇਹ ਜਿਹੜੇ ਜਮ ਨੇ, ਜਿਹੜੀ ਮੇਰੀ ਸੁਰਤ ਹਮੇਸ਼ਾ ਕਾਮ 'ਚ ਆ, ਮੋਹ 'ਚ ਆ, ਮੈਨੂੰ ਹਮੇਸ਼ਾ ਕ੍ਰੋਧ ਆਉਂਦਾ ਆ, ਮੈਂ ਇਹਨਾਂ ਤੋਂ ਬਚ ਜਾਊਂਗਾ। ਤੇ ਬਚੂੰਗਾ ਕਿੱਦਾਂ? ਜਪ ਕੇ, ਸੁਣ ਕੇ। ਫਿਰ ਉਹ ਕਿਉਂ ਨਾ ਬੋਲੂਗਾ ਵਾਹਿਗੁਰੂ ਵਾਹਿਗੁਰੂ। ਸੋ ਕਦੇ ਵੀ ਨਾ ਆਪਾਂ ਸੁਣ ਕੇ ਅੱਗੇ ਨਹੀਂ ਲੰਘ ਜਾਣਾ ਕਿ ਹਾਂ ਭਾਈ ਸਾਹਿਬ ਨੇ ਬਹੁਤ ਸੋਹਣੀ ਵਿਚਾਰ ਕੀਤੀ, ਬਹੁਤ ਵਧੀਆ ਲੱਗਿਆ, ਉਸ ਸਮੇਂ ਲਈ ਸਕੂਨ ਮਿਲ ਗਿਆ, ਪਰ ਇਹਨੂੰ ਨਾ ਆਪਾਂ ਆਪਣੇ ਕਿਰਦਾਰ ਦੇ ਵਿੱਚ ਇਹਨੂੰ ਢਾਲਣਾ ਆ, ਵੀ ਪਤਾ ਹੀ ਨਾ ਲੱਗੇ ਕਿ ਬਾਣੀ, ਇਹ ਨਾ ਲੱਗੇ ਕਿ ਬਾਣੀ ਹੋਰ ਹੈ ਤੇ ਤੁਸੀਂ ਹੋਰ ਹੋ। ਇਹ ਲੱਗੇ ਹੀ ਨਾ, ਇੱਦਾਂ ਲੱਗੇ ਕਿ ਬਸ ਜਿਵੇਂ ਤੁਸੀਂ ਬਾਣੀ ਗਾ ਨਹੀਂ ਰਹੇ, ਜਿਵੇਂ ਤੁਸੀਂ ਉਹਦਾ ਰੂਪ ਹੀ ਹੋਈ ਜਾ ਰਹੇ ਹੋ। ਤੇ ਇਹ ਸਭ ਹੋਣਾ ਉਦੋਂ ਹੀ ਆ ਜਦੋਂ ਸ਼ੁਰੂਆਤ ਕਰੋਗੇ। ਤੇ ਸਭ ਤੋਂ ਪਹਿਲੀ ਸ਼ੁਰੂਆਤ ਪਿਆਰਿਓ ਬਾਣੀ ਹੀ ਆ, ਬਾਣੀ ਦੇ ਨਾਲ ਹੀ ਸ਼ੁਰੂਆਤ ਹੋਣੀ ਆ ਤੁਹਾਡੀ। ਅਰਦਾਸ ਕਰਕੇ ਬਾਣੀ ਜ਼ਰੂਰ ਪੜ੍ਹੋ, ਹਰ ਰੋਜ਼ ਪੜ੍ਹੋ, ਫਿਰ ਹੀ ਇਹ ਸੋਹਣੀਆਂ ਸੋਹਣੀਆਂ ਗੱਲਾਂ ਸੁਣਨ ਦਾ ਫਾਇਦਾ ਆ। ਨਹੀਂ ਤਾਂ ਇਹ ਉੱਦਾਂ ਹੋ ਜਾਊਗਾ ਕਿ ਜਿੱਦਾਂ ਕੋਈ ਸੇਲਸ ਪਰਸਨ ਹੁੰਦਾ ਹੈ ਨਾ, ਉਹ ਮਾਰਕੀਟ 'ਚ ਤਾਂ ਰੋਜ਼ ਜਾਂਦਾ ਆ, ਪਰ ਉਹਨੂੰ ਆਰਡਰ ਕੋਈ ਨਹੀਂ ਮਿਲ ਰਿਹਾ, ਫਿਰ ਉਹਦਾ ਫਾਇਦਾ ਕੀ ਹੈ ਨਾ, ਇੰਨੀ ਨੌਲੇਜ ਇਕੱਠੀ ਕਰਨ ਦਾ, ਇਹ ਸਭ ਕਰਨ ਦਾ। ਉਹਨੂੰ ਫਾਇਦਾ ਤਾਂ ਹੀ ਆ ਨਾ ਜੇ ਉਹ ਕੋਈ ਆਰਡਰ ਲੈ ਕੇ ਆਊਗਾ। ਪਿਆਰਿਓ, ਇਹ ਕਥਾਵਾਂ, ਇਹ ਸੋਹਣੇ ਸੋਹਣੇ ਵਿਚਾਰ ਇੱਥੇ ਇਸ ਚੈਨਲ ਵਾਲੇ ਹੀ ਨਹੀਂ, ਜਿੰਨੇ ਵੀ ਆ, ਦੇਖੋ ਗੁਰੂ ਸਾਹਿਬ ਤੁਹਾਡੇ ਲਈ ਕੀ ਕੀ ਕਰ ਰਹੇ ਆ, ਹੈ ਨਾ, ਕਿੱਦਾਂ ਬਾਣੀ ਦੇ ਪ੍ਰਵਾਹ ਚੱਲ ਰਹੇ ਆ, ਸੰਥਿਆਵਾਂ ਚੱਲ ਰਹੀਆਂ ਆ, ਕਿਤੇ ਕੋਈ ਸਿਮਰਨ ਕਰਵਾ ਰਿਹਾ ਆ, ਕਦੀ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਇਹ ਪਿਆਰਿਓ, ਇਹ ਇੱਦਾਂ ਆ ਜਿਵੇਂ ਉਹ ਕਰਤਾ ਨਾ ਆਪਣੀ ਸੰਗਤ ਦੀ ਸੇਵਾ 'ਚ ਜੁਟਿਆ ਹੋਵੇ, ਕਿ
ਇਹਨਾਂ ਨੂੰ ਕੋਈ ਆਂਚ ਨਾ ਆਵੇ। ਜਿੱਥੇ ਤੁਸੀਂ ਇਹ ਦੇਖਿਆ ਕਰੋ ਕਿ ਹੁਣ ਕਈ ਪਿਆਰੇ ਕਹਿੰਦੇ ਆ ਨਾ ਕਿ ਸਿਮਰਨ 'ਚ ਧਿਆਨ ਨਹੀਂ ਲੱਗਦਾ। ਪਿਆਰੇ ਪੋਜ਼ੀਟਿਵਿਟੀ ਚੁਗਿਆ ਕਰੋ। ਤੁਸੀਂ ਸੋਚਿਆ ਕਰੋ ਕਿ ਮਨਾ ਹੁਣ ਦੇਖ, ਜਿਸ ਸਮੇਂ ਤੂੰ ਨਾਮ ਜਪ ਰਿਹਾ ਆ ਉਸ ਸਮੇਂ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ 'ਚ ਕਿਸੇ ਦੀ ਮੌਤ ਹੋਈ ਪਈ ਆ, ਹੈ ਨਾ। ਉਸ ਦੇ ਘਰ 'ਚ ਸੋ ਗਿਆ, ਕਿਤੇ ਕਿਸੇ ਦਾ ਐਕਸੀਡੈਂਟ ਹੋ ਰਿਹਾ ਹੋਣਾ, ਕਿਤੇ ਕੋਈ ਕਿਸੇ ਨੂੰ ਮਾਰ ਰਿਹਾ ਹੋਣਾ, ਕਿਤੇ ਕੋਈ ਵਿਕਾਰ ਕਮਾ ਰਿਹਾ ਹੋਣਾ, ਕੋਈ ਕੁਛ ਗਲਤ ਕਰ ਰਿਹਾ ਹੋਣਾ। ਅਤੇ ਤੁਸੀਂ ਉਹਦਾ ਸ਼ੁਕਰਾਨਾ ਕਰੋਗੇ, ਤੁਹਾਡੇ ਅੰਦਰ ਆਪਣੇ ਆਪ ਹੀ ਸ਼ੁਕਰਾਨਾ ਕਿਉਂ ਨਾ ਆਊਗਾ ਜਦੋਂ ਤੁਸੀਂ ਸੋਚ ਲਿਆ ਕਿ ਸਾਰੀ ਦੁਨੀਆ ਦੇ ਵਿੱਚ ਕੁਛ ਨਾ ਕੁਛ ਵਾਪਰ ਰਿਹਾ, ਪਰ ਪਿਆਰਿਆ ਤੂੰ ਮੇਰੇ ਤੋਂ ਨਾਮ ਜਪਾ ਰਿਹਾ ਆ, ਹੈ ਨਾ। ਉਹਦਾ ਕਿੱਦਾਂ ਧਿਆਨ ਇੱਧਰ ਉੱਧਰ ਜਾਊਗਾ? ਕਦੇ ਵੀ ਨਹੀਂ ਜਾ ਸਕਦਾ। ਸੋ ਹਮੇਸ਼ਾ ਸ਼ੁਕਰਾਨੇ 'ਚ ਨਾਮ ਜਪਣਾ ਆ, ਪੋਜ਼ੀਟਿਵਿਟੀ 'ਚ ਨਾਮ ਜਪਣਾ ਆ, ਪੋਜ਼ੀਟਿਵਨੈਸ ਹੋਣੀ ਚਾਹੀਦੀ ਅੰਦਰ। ਅਤੇ ਥੋੜ੍ਹਾ ਜਿਹਾ ਹੁਣ ਜਿਸ ਟੋਪਿਕ ਤੋਂ ਸ਼ੁਰੂਆਤ ਹੋਈ ਸੀਗੀ ਉਸ ਵੱਲ ਥੋੜ੍ਹਾ ਜਿਹਾ ਹੋਰ ਉਸ 'ਤੇ ਚਾਨਣਾ ਪਾ ਕੇ ਫਿਰ ਇਹਦੀ ਸਮਾਪਤੀ ਕਰਦੇ ਹਾਂ। ਸੋ ਕਿਸੇ ਵੀ ਸੋਹਣੀ ਸੰਗਤ ਦੇ ਨਾਲ ਤੁਸੀਂ ਰਹਿਣਾ ਕਨਵਰਜ਼ੇਸ਼ਨ ਰੂਪ ਦੇ ਵਿੱਚ, ਚੈਟ ਰੂਪ ਦੇ ਵਿੱਚ, ਤਾਂ ਇਹਦੀ ਨਾ ਸਭ ਤੋਂ ਵੱਡੀ ਨਿਸ਼ਾਨੀ ਆ, ਜੇ ਤਾਂ ਤੁਸੀਂ ਸਹੀ ਰਾਹ 'ਤੇ ਹੋ ਅਤੇ ਸਹੀ ਪਰਸਨ ਦੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡਾ ਮਨ ਹੋਰ ਜ਼ਿਆਦਾ ਬਾਣੀ 'ਚ ਜੁੜੂਗਾ, ਹੋਰ ਜ਼ਿਆਦਾ ਪ੍ਰੀਤ 'ਚ ਤੁਸੀਂ ਰਚ ਮਿਚ ਜਾਓਗੇ, ਵਾਹਿਗੁਰੂ ਦੀ ਪ੍ਰੀਤ 'ਚ, ਉਸ ਪਰਸਨ ਦੀ ਪ੍ਰੀਤ 'ਚ ਨਹੀਂ, ਵਾਹਿਗੁਰੂ ਦੀ ਪ੍ਰੀਤ 'ਚ। ਤੁਹਾਡੀ ਰੂਹ ਨੂੰ ਹੋਰ ਜ਼ਿਆਦਾ ਪੁਸ਼ ਮਿਲੂਗਾ, ਵਾਹਿਗੁਰੂ ਵੱਲ ਧੱਕਾ ਮਾਰੂਗੀ ਉਹ ਰੂਹ ਜਿਹੜੀ ਆਪ ਸੱਚੀ ਆ, ਜਿਹਦੀ ਸੰਗਤ ਸੱਚੀ ਆ। ਅਤੇ ਉਹਦੇ ਪ੍ਰਤੀ ਤੁਹਾਨੂੰ ਇੱਦਾਂ ਦਾ ਕੋਈ ਡਾਊਟ ਵੀ ਨਹੀਂ ਆਊਗਾ ਜ਼ਿੰਦਗੀ 'ਚ ਕਦੇ ਵੀ, ਕਿਉਂਕਿ ਉਹਨਾਂ ਨੇ ਨਾ ਕਦੀ ਉੱਦਾਂ ਦੀ ਗੱਲ ਕਰਨੀ ਅਤੇ ਨਾ ਉਹਨਾਂ ਨੇ ਇਸ ਪਾਸੇ ਜਾਣਾ, ਨਾ ਤੁਹਾਨੂੰ ਜਾਣ ਦੇਣਾ। ਸੋ ਇਹ ਸਭ ਤੋਂ ਵੱਡੀ ਨਿਸ਼ਾਨੀ ਆ। ਅਤੇ ਤੁਹਾਡੀ ਸੋਚ ਦੇ ਵਿੱਚ ਉਹਨਾਂ ਦਾ ਨਾਮ ਜੇ ਆ ਜਾਵੇ, ਹੈ ਨਾ। ਤੁਸੀਂ ਬੈਠੇ ਹੋ ਅਤੇ ਮੰਨ ਲਓ ਤੁਸੀਂ ਕੁਛ ਗਲਤ ਕਰਨ ਜਾ ਰਹੇ ਹੋ ਅਤੇ ਤੁਹਾਡੇ ਦਿਮਾਗ 'ਚ ਇੱਕੋ ਦਮ ਆ ਜਾਂਦਾ, ਉਸ ਕਨਵਰਜ਼ੇਸ਼ਨ ਆ ਜਾਂਦੀ ਉਹ ਵਾਲੀ, ਜਾਂ ਫਿਰ ਉਸ ਸ਼ਖਸੀਅਤ ਦਾ ਚੇਤਾ ਆ ਜਾਂਦਾ ਅਤੇ ਇੱਕਦਮ ਤੁਸੀਂ ਰੁਕ ਜਾਂਦੇ ਹੋ ਕਿ ਨਹੀਂ। ਫਿਰ ਉਹ ਹੀਲਾ ਹੀ ਨਹੀਂ ਪੈਂਦਾ ਕਿ ਹਾਂ ਮੈਂ ਕੋਈ ਗਲਤ ਕਾਰਜ ਕਰਨਾ, ਤਾਂ ਸਮਝ ਲਓ ਕਿ ਉਹ ਸੰਗਤ ਜਿਸ ਨਾਲ ਤੁਸੀਂ ਗੱਲ ਕਰਦੇ ਹੋ ਨਾ, ਉਹ ਕੋਈ ਬਹੁਤ ਹੀ ਪਿਆਰੀ ਰੂਹ ਆ ਵਾਹਿਗੁਰੂ ਦੀ, ਅਤੇ ਉਸ ਨਾਲ ਤੁਹਾਡਾ ਰਿਸ਼ਤਾ ਬਹੁਤ ਸੋਹਣਾ ਆ, ਬਹੁਤ ਪਵਿੱਤਰ ਆ। ਹਾਲਾਂਕਿ ਤੁਸੀਂ ਵੀਰ ਜੀ ਜਾਂ ਭੈਣ ਜੀ ਜਾਣ ਕੇ ਹੀ ਗੱਲ ਕਰ ਰਹੇ ਹੋ, ਪਰ ਫਿਰ ਵੀ ਉਹ ਗੁਰਸਿੱਖ ਸੱਚਮੁੱਚ ਉਸ ਵਾਹਿਗੁਰੂ ਦਾ ਪਿਆਰਾ ਹੈ ਕੋਈ, ਅਤੇ ਇਸ 'ਚ ਕੋਈ ਸ਼ੰਕਾ ਨਹੀਂ ਕਿ ਜੋ ਸੋਹਣੀ ਸੰਗਤ ਹੈ ਨਾ, ਉਹੀ ਤੁਹਾਡੇ ਲਈ ਗੁਰਸਿੱਖ ਆ, ਉਹੀ ਤੁਹਾਡੇ ਲਈ ਸਾਧੂ ਆ, ਸੰਤ ਆ, ਸਭ ਕੁਛ ਉਹੀ ਆ। ਕਿਉਂਕਿ ਜੋ ਮਿਲਣਾ ਹੈ ਨਾ ਤੁਹਾਨੂੰ ਉੱਥੋਂ ਹੀ ਮਿਲਦਾ ਜਾਣਾ, ਉੱਥੋਂ ਹੀ ਮਿਲਦਾ ਜਾਣਾ ਸਭ ਕੁਛ। ਤੁਹਾਨੂੰ ਪ੍ਰੀਤ ਉੱਥੋਂ ਮਿਲਣੀ, ਤੁਹਾਨੂੰ ਵਿਕਾਰਾਂ ਤੋਂ ਛਡਾਉਣਾ ਉਸ ਸੰਗਤ ਨੇ। ਹਾਲਾਂਕਿ ਉਹਦਾ ਆਪਣਾ ਕੁਛ ਵੀ ਨਹੀਂ ਹੁੰਦਾ, ਉਹ ਸਭ ਕੁਛ ਤੁਹਾਨੂੰ ਨਾ ਆਪਣੇ ਆਪ ਹੀ ਮਿਲਦਾ ਜਾ ਰਿਹਾ ਹੁੰਦਾ, ਕਿਉਂਕਿ ਸਭ ਕੁਛ ਕਨਵਰਜ਼ੇਸ਼ਨ 'ਚ ਆ। ਜੇ ਕਨਵਰਜ਼ੇਸ਼ਨ ਗੁਰਮਤਿ 'ਚ ਆ ਨਾ, ਉੱਥੋਂ ਹੀ ਉਹਨੇ ਹੀ ਆਧਾਰ ਬਣਨਾ। ਜਿਵੇਂ ਇੱਕ ਬਿਲਡਿੰਗ ਦੀ ਨੀਂਹ ਹੁੰਦੀ ਆ, ਨੀਂਹ ਪੱਕੀ ਆ ਅਤੇ ਭਾਵੇਂ ਉੱਪਰ ਤੁਸੀਂ
20 ਮੰਜ਼ਿਲਾਂ ਪਾ ਲਓ, ਉਹਨੇ ਟਿਕ ਜਾਣਾ। ਉੱਥੋਂ ਹੀ ਤੁਹਾਨੂੰ ਸਭ ਕੁਝ ਮਿਲਣਾ। ਸੋ ਆਪਣੀ ਨੀਂਹ ਸਦਾ ਮਜ਼ਬੂਤ ਰੱਖੋ। ਇਹ ਸਭ ਤੋਂ ਵੱਡੀ ਨਿਸ਼ਾਨੀ ਆ ਕਿ ਜਦੋਂ ਉਸ ਗੁਰਸਿੱਖ ਦਾ ਕੁਛ ਵੀ, ਉਹਦਾ ਨਾਮ, ਉਹਦਾ ਚਿਹਰਾ, ਉਹਦੀ ਕੋਈ ਕਨਵਰਜ਼ੇਸ਼ਨ, ਕੋਈ ਪਿਛਲੀ ਹੋਈ ਗੱਲਬਾਤ ਤੁਹਾਡੀ ਸੋਚ ਦੇ ਵਿੱਚ ਆ ਜਾਵੇ ਅਤੇ ਤੁਹਾਡੀ ਸੋਚ ਕੁਛ ਗਲਤ ਕਰਨ ਤੋਂ ਗੁਰੇਜ਼ ਕਰਨ ਲੱਗ ਜਾਏ, ਨਾਮ ਜਪਣ ਲਈ ਹੋਰ ਮਨ ਕਰਨ ਲੱਗ ਜਾਏ, ਹੋਰ ਬਾਣੀ ਪੜ੍ਹਨ ਨੂੰ ਦਿਲ ਕਰੇ, ਹੋਰ ਨਾਮ ਜਪਣ ਨੂੰ ਦਿਲ ਕਰੇ, ਤਾਂ ਸਮਝ ਲਓ ਉਹ ਤੁਹਾਡੀ ਸੱਚੀ ਸੰਗਤ ਆ, ਉਹੀ ਗੁਰਸਿੱਖ ਆ, ਉਹੀ ਸਭ ਕੁਛ ਆ। ਤੁਹਾਨੂੰ ਉੱਥੋਂ ਸਭ ਕੁਛ ਮਿਲ ਜਾਣਾ। ਅਤੇ ਜੇ ਉਲਟਾ ਹੋ ਰਿਹਾ, ਕੋਈ ਤੁਹਾਨੂੰ ਆਪਣੇ ਨਾਲ ਜ਼ਿਆਦਾ ਜੋੜ ਰਿਹਾ ਆ ਅਤੇ ਉਹਦਾ ਖਿਆਲ ਆਉਂਦਿਆਂ ਹੀ ਤੁਹਾਡੇ ਮਨ ਦੇ ਵਿੱਚ ਵਿਕਾਰ ਵੱਧ ਰਹੇ ਆ, ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹੋ, ਵਾਸ਼ਨਾਵਾਂ ਘਰ ਕਰ ਰਹੀਆਂ ਨੇ, ਤਾਂ ਸਦਾ ਲਈ ਦੂਰ ਹੋ ਜਾਓ। ਹੋਰ ਕੋਈ ਹੱਲ ਨਹੀਂ ਮਿਲਣਾ। ਤੇ ਪਿਆਰਿਓ, ਜੋ ਤੁਸੀਂ ਕਰਦੇ ਹੋ ਨਾ, ਉਹ ਕਰਮ ਜ਼ਰੂਰ ਬਣ ਜਾਂਦਾ। ਤੇ ਇਹ ਹੁਣ ਜੋ ਗੁਰੂ ਸਾਹਿਬ ਕਹਿਲਵਾਉਣ ਲੱਗੇ ਆ ਨਾ, ਮਤਲਬ ਕੁਛ ਪਰਸਨ ਇਹੋ ਜਿਹੇ ਵੀ ਨੇ, ਹੁਣ ਮੈਨੂੰ ਡਾਇਰੈਕਟਲੀ ਤਾਂ ਨਹੀਂ ਕਹਿਣਾ ਚਾਹੀਦਾ, ਪਰ ਨਾ ਉਹ ਸੋਸ਼ਲ ਸਾਈਟਸ 'ਤੇ ਹੈ ਹੀ ਇਸ ਲਈ ਨੇ ਕਿ ਉਹਨਾਂ ਨੂੰ ਕੋਈ ਸ਼ਿਕਾਰ ਲੱਭੇ, ਹੈ ਨਾ। ਅਤੇ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਕੋਈ ਅਗਰ ਤੁਹਾਡੀ ਲਾਈਫ 'ਚ ਆਉਂਦਾ ਆ ਅਤੇ ਤੁਸੀਂ ਆਪ ਵੀ ਜਪ ਸਕੋ ਅਤੇ ਇਹੋ ਜਿਹੇ ਹਾਲਾਤ ਵੀ ਬਣਾ ਦਿਓ ਕਿ ਅਗਲਾ ਵੀ ਜਪ ਸਕੇ। ਅਤੇ ਜੇ ਤੁਸੀਂ ਆਪਣੇ ਵਿਕਾਰਾਂ ਦੀ ਪੂਰਤੀ ਲਈ ਹੀ ਕਿਸੇ ਨਾਲ ਗੱਲ ਕਰ ਰਹੇ ਹੋ, ਅਤੇ ਜਿੱਦਾਂ ਉਹ ਗੁਰੂ ਸਾਹਿਬ ਕਹਿੰਦੇ ਨਾ, ਬਗਲੇ ਦੀ ਸਮਾਧੀ, ਬਗਲਾ ਇੱਦਾਂ ਖੜਾ ਹੋ ਜਾਂਦਾ, ਇੱਕਦਮ ਹਿੱਲਦਾ ਨਹੀਂ, ਧਿਆਨ ਥੱਲੇ, ਧੌਣ ਥੱਲੇ, ਇੱਦਾਂ ਲੱਗਦਾ ਸਮਾਧੀ 'ਚ ਲੀਨ ਹੈ, ਪਰ ਉਹ ਮੱਛੀ ਦੀ ਤਲਾਸ਼ 'ਚ ਹੁੰਦਾ ਹੈ, ਕਦੋਂ ਲਾਗੇ ਆਵੇ ਇੱਕਦਮ ਝਪੱਟਾ ਮਾਰੇ। ਉਹੋ ਜਿਹੀ ਬਿਰਤੀ ਉਸ ਵਿਕਾਰੀ ਦੀ ਹੋ ਜਾਂਦੀ। ਉਹ ਫਿਰ ਉਹਦੇ ਜ਼ੋਨ ਦੇ ਵਿੱਚ ਜਿਹੜਾ ਵੀ ਆਉਂਦਾ, ਉਹਨੂੰ ਉਹ ਛੱਡਦਾ ਨਹੀਂ ਫਿਰ। ਸੋ ਇਹ ਪਹਿਰਾਵਾ, ਇਹ ਬਾਣੀ ਦੀਆਂ ਤੁਕਾਂ ਜਿਹੜੀਆਂ ਅਸੀਂ ਆਪਣੇ ਆਸ-ਪਾਸ ਲਿਖਦੇ ਹਾਂ ਜਾਂ ਪੋਸਟ ਕਰਦੇ ਹਾਂ, ਇਹ ਸਭ ਕਿਉਂ ਸੀਗੀਆਂ ਕਿ ਹੋਰ ਪਿਆਰੇ ਜੁੜਨ, ਜਿਹੜੇ ਉਸ ਵਾਹਿਗੁਰੂ ਦੀ ਗੱਲ ਕਰ ਸਕਣ। ਪਰ ਜੇ ਅਸੀਂ ਇਸ ਸਭ ਨੂੰ ਸ਼ੋਅ ਕਰਕੇ ਅਤੇ ਆਪਣੇ ਵਿਕਾਰਾਂ ਦੀ ਪੂਰਤੀ ਕਰਦੇ ਹਾਂ, ਫਿਰ ਪਿਆਰਿਓ ਇਹਦਾ ਲੇਖਾ ਦੇਣਾ ਪੈਣਾ। ਇਹਨਾਂ ਨੇ ਕਰਮ ਬਣ ਜਾਣਾ, ਜਿਹੜੇ ਫਿਰ ਅਸੀਂ ਬਾਅਦ ਦੇ ਵਿੱਚ ਸ਼ਾਇਦ ਅਗਲੇ ਜਨਮ ਤੱਕ ਵੀ ਅਸੀਂ ਫਿਰ ਇਹ ਕਹਿੰਦੇ ਹਾਂ ਕਿ ਪਤਾ ਨਹੀਂ ਕੈਸੇ ਕਰਮ ਕੀਤੇ ਹੋਣਗੇ ਮੈਂ, ਜੋ ਇਹ ਸਭ ਹੋ ਰਿਹਾ। ਸੋ ਪਿਆਰਿਓ, ਇਹ ਸਭ ਇਹੀ ਹੁੰਦਾ। ਸੋ ਸੱਚ ਦੀ ਸੰਗਤ ਨੂੰ ਪਛਾਣੀਏ, ਬਾਣੀ ਪੜ੍ਹੀਏ, ਨਾਮ ਜਪਦੇ ਰਹੀਏ, ਇਸੇ 'ਚ ਸਭ ਕੁਛ ਆ। ਅਤੇ ਇਨ ਦੀ ਐਂਡ ਫਿਰ ਤੋਂ ਇਹੀ ਕਹਾਂਗੇ ਕਿ ਜਿਨ੍ਹਾਂ ਪਿਆਰਿਆਂ ਨੇ ਅਜੇ ਬਾਣੀ ਸ਼ੁਰੂ ਨਹੀਂ ਕੀਤੀ, ਬਸ ਫਟਾਫਟ ਅਰਦਾਸ ਕਰਨੀ ਆ, ਸੋਹਣੇ ਢੰਗ ਨਾਲ ਇੱਦਾਂ ਅਰਦਾਸ ਕਰਨੀ ਹੈ ਕਿ ਜਿਵੇਂ ਹੈ ਨਾ, ਅੱਜ ਇੱਕ ਨਵੀਂ ਸ਼ੁਰੂਆਤ ਕਰਨੀ ਹੈ। ਉਹ ਅਰਦਾਸ ਕਰਕੇ ਪਿਆਰ ਨਾਲ
ਤੇ ਜੇ ਮਨ ਕਰਦਾ ਹੈ ਨਾ ਕਿ ਅੱਜ ਆਪਣੀ ਸਾਰੀਆਂ ਗਲਤੀਆਂ ਉਸ ਪਿਆਰੇ ਅੱਗੇ ਕਹਿ ਦਿਆਂ, ਤਾਂ ਬਸ ਖੜ ਕੇ ਅਰਦਾਸ ਕਰ ਦੇਣੀ, ਸਭ ਕੁਛ ਕਹਿ ਦੇਣਾ ਗੁਰੂ ਸਾਹਿਬ ਨੂੰ, ਤੇ ਇੱਕ ਨਵੀਂ ਸ਼ੁਰੂਆਤ ਕਰ ਲੈਣੀ। ਜੇ ਕੋਈ ਗਲਤੀਆਂ ਵੀ ਹੋ ਗਈਆਂ, ਕੋਈ ਗੱਲ ਨਹੀਂ ਪਿਆਰਿਓ, ਤੁਸੀਂ ਐਕਸੈਪਟ ਕਰੋ। ਐਕਸੈਪਟ ਕਰਕੇ ਬਸ ਸ਼ੁਰੂ ਕਰ ਦਿਓ, ਬਾਣੀ ਗਾਉਣੀ ਸ਼ੁਰੂ ਕਰ ਦਿਓ। ਬਾਣੀ 'ਚ, ਸਿਮਰਨ 'ਚ, ਇਸੇ 'ਚ ਹੀ ਸਭ ਕੁਛ ਆ। ਤੇ ਉੱਪਰੋਂ ਤੁਸੀਂ ਇਹ ਸਭ ਵਿਚਾਰਾਂ ਸੁਣੋਗੇ ਤੇ ਨਾਲ ਨਾਲ ਖੁਦ ਦਾ ਅਭਿਆਸ ਹੋਊਗਾ, ਖੁਦ ਬਾਣੀ ਗਾਓਗੇ, ਆਪਣੇ ਆਪ ਰੂਹ ਨੇ ਉਸ ਜਗ੍ਹਾ ਚੱਲ ਜਾਣਾ ਜਿੱਥੇ ਨਾ ਤੁਹਾਨੂੰ ਫਿਰ ਕਦੀ ਦੁੱਖ ਮਹਿਸੂਸ ਹੋਣੇ ਆ, ਨਾ ਕੁਛ ਹੋਰ ਹੋਣਾ ਆ, ਨਾ ਤੁਹਾਡਾ ਦਿਲ ਕਰਨਾ ਆ ਕਿਸੇ ਕੁਸੰਗਤ ਦੇ ਵਿੱਚ ਫਸਣ ਦਾ। ਓਨਾ ਸਮਾਂ ਹੀ ਨਹੀਂ ਮਿਲਿਆ ਕਰਨਾ। ਸੋਹਣੀ ਲਾਈਫ ਆਪੇ ਹੋ ਜਾਣੀ, ਸਕੂਨ ਮਿਲਣਾ ਸ਼ੁਰੂ ਹੋ ਜਾਣਾ। ਜਿਵੇਂ ਪੜ੍ਹਦੇ ਹਾਂ, ਆਨੰਦ ਪਿਆ ਮੇਰੀ ਮਾਏ, ਹੈ ਨਾ। ਅਤੇ ਸੋਚੋ ਕਿਸ ਅਵਸਥਾ ਦੇ ਵਿੱਚ, ਕਿਸ ਹਾਲਾਤ ਦੇ ਵਿੱਚ ਉਹ ਬਾਣੀ ਗਾਈ ਹੋਊਗੀ ਗੁਰੂ ਸਾਹਿਬ ਨੇ, ਹੈ ਨਾ। ਉਹ ਖੁਦ ਕਿੰਨੇ ਆਨੰਦ 'ਚ ਹੋਣਗੇ ਜਦੋਂ ਇਹ ਸਭ ਬੋਲਿਆ ਹੋਊਗਾ ਕਿ ਆਨੰਦ ਪਿਆ ਮੇਰੀ ਮਾਏ। ਸੋ ਅਸੀਂ ਵੀ ਕਿਉਂ ਨਾ ਉਸ ਆਨੰਦ ਨੂੰ ਮਾਣੀਏ। ਸਾਡਾ ਗੁਰੂ ਤਾਂ ਆਨੰਦ ਦਾ ਸੋਮਾ ਆ, ਜਿਹਦੇ ਕੋਲ ਸਭ ਕੁਛ ਆ, ਅਤੇ ਕਿਉਂ ਨਾ ਥੋੜ੍ਹਾ ਥੋੜ੍ਹਾ ਸਾਨੂੰ ਵੀ ਮਿਲੇ, ਹੈ ਨਾ। ਉਹ ਮਿਲਣਾ ਤਾਂ ਹੀ ਆ ਜਦੋਂ ਇਹ ਬਾਣੀ ਪੜ੍ਹ ਕੇ, ਨਾਮ ਜਪ ਕੇ ਇਸ ਰੂਹ ਨੂੰ ਸੋਹਣਾ ਕਰ ਲਿਆ। ਗੁਰਪ੍ਰਸਾਦ ਹੀ ਸਭ ਕੁਛ ਮਿਲ ਜਾਣਾ। ਸੋ ਲੱਗੇ ਰਹੀਏ, ਜਪਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।